ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ। ਮੈਂ ਸ਼ਹਿਰੀ ਔਰ ਜਿਵੇਂ ਹੀ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਅਸੀਂ ਸਾਰੇ ਇਹਨਾਂ ਦਿਨਾਂ ਦੇ ਵਿੱਚ ਨੋ ਡਾਊਟ ਲੌਂਗ ਵੀਕਐਂਡ ਦਾ ਵੀ ਇੰਤਜ਼ਾਰ ਕਰ ਰਹੇ ਸੀ ਜਿਹੜਾ ਕਿ ਸ਼ੁਰੂ ਹੋਣ ਜਾ ਰਿਹਾ। ਪਰ ਅਜਿਹੇ ਦੇ ਵਿੱਚ ਕਹਿ ਸਕਦੇ ਹਾਂ ਇੱਕ ਗਹਿਮਾ ਗਹਿਮੀ ਦਾ ਜਿਹੜਾ ਮਾਹੌਲ ਹੈ ਉਹ ਕੈਨੇਡਾ ਦੇ ਵਿੱਚ ਚੱਲ ਹੀ ਰਿਹਾ ਹੈ, ਕਿਉਂਕਿ ਸਾਰੇ ਜਾਣਦੇ ਹਾਂ ਫੈਡਰਲ ਇਲੈਕਸ਼ਨ ਹੈ। ਫੈਡਰਲ ਇਲੈਕਸ਼ਨ ਜਿਹੜੇ 20 ਸਤੰਬਰ ਨੂੰ ਹੁਣ ਹੋਣ ਜਾ ਰਹੇ ਨੇ ਤਾਂ ਉਹਨੂੰ ਲੈ ਕੇ ਸਿਆਸਤਦਾਨ ਆਪੋ ਆਪਣੇ ਲੈਵਲ ਦੇ ਉੱਤੇ ਜਿਹੜਾ ਨੇ ਉਹ ਚੋਣ ਪ੍ਰਚਾਰ ਵੀ ਕਰ ਰਹੇ ਨੇ, ਕਿਉਂਕਿ ਸਮਾਂ ਜਿਹੜਾ ਬਹੁਤ ਥੋੜਾ ਬਚਿਆ ਹੈ। ਅਲੱਗ-ਅਲੱਗ ਪਲੇਟਫਾਰਮਸ ਦੀ ਗੱਲ ਕਰੀਏ ਤਾਂ ਉੱਥੇ ਡਿਬੇਟਸ ਹੋ ਰਹੀਆਂ ਨੇ, ਬਹੁਤ ਸਾਰੇ ਮੁੱਦੇ ਇਹਨਾਂ ਦਿਨਾਂ ਦੇ ਵਿੱਚ ਚੁੱਕੇ ਜਾ ਰਹੇ ਨੇ, ਜਿਨ੍ਹਾਂ ਦੇ ਵਿੱਚ ਇੱਕ ਬਹੁਤ ਹੀ ਅਹਿਮ ਗੱਲ ਜੋ ਬਾਰੀਕੀ ਦੇ ਨਾਲ ਇਹ ਦੇਖੀ ਜਾ ਰਹੀ ਹੈ ਕਿ ਉਹ ਮੁੱਦੇ ਜਿਹੜੇ ਕਿ ਬਹੁਤ ਸਮੇਂ ਤੋਂ ਦੱਬੇ ਪਏ ਸੀ ਉਹ ਇਹਨਾਂ ਦਿਨਾਂ ਦੇ ਵਿੱਚ ਜ਼ਿੰਦਾ ਹੋ ਗਏ ਨੇ। ਉਹਨਾਂ ਸਾਰੇ ਮੁੱਦਿਆਂ ਦੀ ਬਾਰੀਕੀ ਨੂੰ ਅਸੀਂ ਸਾਰੇ ਵੀ ਬਖੂਬੀ ਸਮਝ ਪਾ ਰਹੇ ਹਾਂ ਕਿ ਉਹਨਾਂ ਮੁੱਦਿਆਂ ਦਾ ਹੋਣਾ ਕੀ ਚਾਹੀਦਾ ਹੈ। ਇਹ ਆਮ ਲੋਕਾਂ ਦੀ ਡਿਮਾਂਡ ਹੈ, ਇਹ ਆਮ ਲੋਕਾਂ ਦੀ ਮੰਗ ਸੀਗੀ ਕਾਫੀ ਸਮੇਂ ਤੋਂ, ਪਰ ਸ਼ਾਇਦ ਪਹਿਲਾਂ ਜਿਹੜਾ ਸਮਾਂ ਸੀ ਉਹਦੇ ਵਿੱਚ ਸਾਰੇ ਮੁੱਦੇ ਦੱਬੇ ਪਏ ਸੀ। ਕੋਵਿਡ-19 ਦਾ ਜਿਹੜਾ ਉਹ ਕਿਹਾ ਜਾ ਰਿਹਾ ਸੀਗਾ ਜਿਸ ਤਰੀਕੇ ਨਾਲ ਜ਼ੋਰ ਪਿਆ ਹੋਇਆ ਹੈ, ਜਿਹਦੇ ਵਿੱਚ ਇਹਨਾਂ ਮੁੱਦਿਆਂ ਤੇ ਗੱਲ ਹੀ ਨਹੀਂ ਹੋ ਪਾ ਰਹੀ ਸੀਗੀ। ਸੋ ਹੁਣ ਇਲੈਕਸ਼ਨਸ ਦਾ ਸਮਾਂ ਹੈ ਤੇ ਹਰ ਮੁੱਦੇ ਦੇ ਉੱਤੇ ਜਿਹੜਾ ਉਹ ਗੱਲਬਾਤ ਕੀਤੀ ਜਾ ਰਹੀ ਹੈ। ਔਰ ਇਹ ਸਹੀ ਗੱਲ ਹੈ ਕਿ ਕਈ ਮੁੱਦਿਆਂ ਬਾਰੇ ਕਈ ਵਾਰੀ ਸਾਨੂੰ ਸਾਰਿਆਂ ਨੂੰ ਨਹੀਂ ਪਤਾ ਹੁੰਦਾ, ਪਰ ਇਹਨਾਂ ਦਿਨਾਂ ਦੇ ਵਿੱਚ ਉਸ ਮੁੱਦੇ ਦੀ ਬਾਰੀਕੀ ਅਸੀਂ ਵੀ ਸਾਰੇ ਸਮਝ ਪਾ ਰਹੇ ਹਾਂ। ਸੋ ਕੋਸ਼ਿਸ਼ ਕਰੋ ਕਿ ਕਲਾਈਮੇਟ ਨਾਲ ਜੁੜਿਆ ਮੁੱਦਾ ਹੈ, ਚਾਹੇ ਰਿਹਾਇਸ਼ੀ ਸਕੂਲਾਂ ਦੀਆਂ ਸਾਈਟਾਂ ਤੋਂ ਜਿਸ ਤਰੀਕੇ ਨਾਲ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ, ਔਰ ਇਸ ਤੋਂ ਇਲਾਵਾ ਜੰਗਲੀ ਅੱਗਾਂ ਨੇ, ਔਰ ਇਸ ਤੋਂ ਇਲਾਵਾ ਵੈਕਸੀਨੇਸ਼ਨ ਦਾ ਮੁੱਦਾ ਜਿਹੜਾ ਵੈਕਸੀਨੇਸ਼ਨ ਪਾਸਪੋਰਟ ਨੂੰ ਲੈ ਕੇ ਜੋ ਕੁਝ ਹੋ ਰਿਹਾ ਹੈ, ਇਹ ਸਾਰੇ ਮਾਮਲੇ ਜਿਹੜੇ ਨੇ ਇਹਨਾਂ ਦੀ ਅੱਧੀ ਅਧੂਰੀ ਗੱਲ ਸਾਡੇ ਤੱਕ ਜਿਹੜੀ ਸੀਗੀ ਪਰ ਹੁਣ ਪੂਰੀ ਪਹੁੰਚ ਰਹੀ ਹੈ। ਖਾਸ ਤੌਰ ਦੇ ਉੱਤੇ ਸਿਆਸਤਦਾਨ ਇਸ ਦੇ ਵਿੱਚ ਆਪਣਾ ਬਹੁਤ ਵਧੀਆ ਰੋਲ ਨਿਭਾ ਰਹੇ ਨੇ, ਇਹਨਾਂ ਦੇ ਉੱਤੇ ਪੂਰੀ ਡਿਟੇਲ ਜਿਹੜੀ ਹੈ ਉਹ ਦੇ ਰਹੇ ਨੇ। ਹੁਣ ਬੀਤੀ ਰਾਤ ਇੱਕ ਡਿਬੇਟ ਵੀ ਹੋਈ ਹੈ ਇਹਨਾਂ ਇਲੈਕਸ਼ਨਸ ਨੂੰ ਲੈ ਕੇ, ਔਰ ਉਸ ਦੇ ਵਿੱਚ ਪ੍ਰਧਾਨ ਮੰਤਰੀ ਟਰੂਡੋ ਦਾ ਸੀਗੇ। ਇਸ ਤੋਂ ਇਲਾਵਾ ਹਰ ਪਾਰਟੀ ਦੇ ਜਿਹੜੇ ਮੇਨ ਨੁਮਾਇੰਦੇ ਉਸ ਵਿੱਚ ਸ਼ਾਮਿਲ ਹੋਏ ਸੀ। ਉਸ ਡਿਬੇਟ ਸੰਬੰਧੀ ਵੀ ਅਸੀਂ ਗੱਲ ਕਰਾਂਗੇ ਕਿ ਉਸ ਵਿੱਚ ਵੀ ਕਾਫੀ ਸਾਰੇ ਮੁੱਦੇ ਜਿਹੜੇ ਨੇ ਚੁੱਕੇ ਗਏ ਨੇ। ਸਾਡੇ ਨਾਲ ਲਿਬਰਲ ਤੋਂ ਉਮੀਦਵਾਰ ਰਣਦੀਪ ਸਰਾਏ ਜੀ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ, ਔਰ ਮੈਂ ਚਾਹੁੰਦੀ ਹਾਂ ਕਿ ਇਮੀਗ੍ਰੇਸ਼ਨ ਰਿਗਾਰਡਿੰਗ ਵੀ ਤੁਸੀਂ ਕੋਈ ਕਾਲ ਕਰਨਾ ਚਾਹੁੰਦੇ ਹੋ, ਕੋਈ ਗੱਲ ਕਰਨਾ ਚਾਹੁੰਦੇ ਹੋ, ਕਰ ਸਕਦੇ ਹੋ। ਇਸ ਦੇ ਨਾਲ ਬਾਕੀ ਮੁੱਦਿਆਂ ਸੰਬੰਧੀ ਵੀ ਜਿਹੜੀ ਹੈ ਉਹ ਕਾਲ ਜ਼ਰੂਰ ਕਰਨਾ। ਇਹਨਾਂ ਦਿਨਾਂ ਦੇ ਵਿੱਚ ਇਹਨਾਂ ਮੁੱਦਿਆਂ ਦੇ ਉੱਤੇ ਗੱਲ ਕਰਨੀ ਜਿਹੜੀ ਹੈ ਉਹ ਤੁਹਾਡਾ ਹੱਕ ਵੀ ਹੈ ਸਾਰਿਆਂ ਦਾ, ਤੇ ਉਹ ਗੱਲ ਕਰਨੀ ਬਣਦੀ ਵੀ ਹੈ, ਕਿਉਂਕਿ ਅੱਧੇ ਅਧੂਰੇ ਮੁੱਦੇ ਦੀ ਜਾਣਕਾਰੀ ਹੋਣਾ ਕਈ ਵਾਰੀ ਸਾਨੂੰ ਸਾਡੇ ਹੱਕਾਂ ਤੋਂ ਪਿੱਛੇ ਜਿਹੜਾ ਉਹ ਰੱਖਦੀ ਹੈ। ਸੋ ਇਸ ਲਈ ਜ਼ਰੂਰ ਕਾਲ ਕਰਿਓ ਔਰ ਸਵਾਲ ਜਿਹੜੇ ਤੁਹਾਡੇ ਨੇ ਉਹ ਜ਼ਰੂਰ ਪੁੱਛਿਓ। ਰਣਦੀਪ ਸਰਾਏ ਜੀ, ਸਵਾਗਤ ਹੈ ਜੀ ਦ ਮਾਰਨਿੰਗ ਸ਼ੋਅ ਦੇ ਵਿੱਚ। ਗੁੱਡ ਮਾਰਨਿੰਗ ਤੁਹਾਡੇ ਸਾਰੇ ਸਰੋਤਿਆਂ ਨੂੰ ਜੀ। ਰਣਦੀਪ ਜੀ, ਤੁਹਾਡੀ ਕੈਂਪੇਨ ਬਾਰੇ ਆਪਾਂ ਜਾਣਾਂਗੇ, ਪਰ ਉਸ ਤੋਂ ਪਹਿਲਾਂ ਇਹ ਜਾਣਨਾ ਚਾਹਾਂਗੇ ਕਿ ਜਿਸ ਤਰੀਕੇ ਨਾਲ ਰਾਤ ਦੀ ਡਿਬੇਟ ਜਿਹੜੀ ਹੋਈ ਹੈ ਫ੍ਰੈਂਚ ਲੈਂਗੁਏਜ ਦੇ ਵਿੱਚ ਡਿਬੇਟ ਹੋਈ ਹੈ, ਡਿਬੇਟ ਤੋਂ ਬਾਅਦ ਸਾਰੇ ਸਿਆਸਤਦਾਨ ਇੱਕ ਵੱਖਰੇ ਜਿਹੇ ਮੋੜ ਦੇ ਵਿੱਚ ਆ ਗਏ, ਸਪੈਸ਼ਲੀ ਜਿਹੜੇ ਹਰ ਪਾਰਟੀ ਦੇ ਵੱਡੇ ਨੁਮਾਇੰਦੇ ਉਸ ਦੇ ਵਿੱਚ ਸ਼ਾਮਿਲ ਸੀਗੇ, ਔਰ ਉਹਨਾਂ ਵੱਲੋਂ ਹੁਣ ਇਹ ਗੱਲ ਕਹੀ ਜਾ ਰਹੀ ਵੀ ਇਹ ਡਿਬੇਟ ਕੁਝ ਵੱਖਰਾ ਲਿਆਏਗੀ, ਇਸ ਡਿਬੇਟ ਤੋਂ ਬਾਅਦ ਕੋਈ ਤਬਦੀਲੀ ਆਏਗੀ। ਕਿਹੜੀ ਤਬਦੀਲੀ, ਕਿਹੜੇ ਚੇਂਜਸ ਆਉਣ ਦੀ ਗੱਲ ਕਹੀ ਜਾ ਰਹੀ ਹੈ, ਕਿੱਧਰ ਨੂੰ ਇਸ਼ਾਰਾ ਜਾ ਰਿਹਾ? ਸ਼ੋਰ ਦੇਖੋ, ਜਦੋਂ ਡਿਬੇਟ ਹੁੰਦੀ ਆ ਉਦੋਂ ਇਹ ਕਾਫੀ ਫੰਡਾਮੈਂਟਲ ਪ੍ਰਿੰਸੀਪਲ ਹੈਗਾ ਡੈਮੋਕ੍ਰੇਸੀ ਦਾ, ਚਾਹੇ ਉਹ ਲੋਕਲ ਲੈਵਲ ਤੇ ਐਮਪੀਆਂ ਦੀ ਡਿਬੇਟ ਹੋਵੇ ਤੇ ਚਾਹੇ ਉਹ ਫੈਡਰਲੀ ਨੈਸ਼ਨਲ ਡਿਬੇਟ ਹੋਵੇ। ਇੱਥੇ ਮੌਕਾ ਸਾਨੂੰ ਮਿਲਦਾ ਕਿ ਆਪਣੇ ਉਮੀਦਵਾਰਾਂ ਨੂੰ ਤੁਸੀਂ ਦੇਖ ਸਕਦੇ ਕੀ ਪਲੇਟਫਾਰਮ ਹੈ, ਕੀ ਉਹਨਾਂ ਦੀ ਚੀਜ਼ ਹੈ, ਤੇ ਕੀ ਉਹਨਾਂ ਦੇ ਟਿੱਪਣੀਆਂ ਤੇ ਕੀ ਉਹਨਾਂ ਦੇ ਉੱਤੇ ਅਣਗਹਿਲੀਆਂ ਦੀ ਗੱਲ ਆ ਸਕਦੀ ਹੈ। ਉਹਦੇ ਵਿੱਚ ਇਹ ਜ਼ਾਹਰ ਹੋਇਆ ਕਿ ਅਜੇ ਜਿਹੜਾ ਕੰਜ਼ਰਵੇਟਿਵ ਪਾਰਟੀ ਹੈ ਇਹਨਾਂ ਦਾ ਵੈਕਸੀਨੇਸ਼ਨ ਵਾਸਤੇ ਇਹ ਫਲਿਪ ਫਲॉप ਥੋੜਾ ਜਿਹਾ ਕਰਦੇ ਆ, ਕਹਿ ਰਿਹਾ ਕਿ ਲਵਾਉਣੀ ਚਾਹੀਦੀ ਹੈ ਪਰ ਮੈਂਡੇਟੋਰੀ ਨਹੀਂ ਅਸੀਂ ਕਰਾਂਗੇ, ਅਸੀਂ ਦੂਸਰਿਆਂ ਨੂੰ ਵੀ ਦੇਖਾਂਗੇ। ਉਹਦੇ ਨਾਲ ਮਿਕਸ ਮੈਸੇਜ ਜਾ ਰਿਹਾ, ਬਿਜ਼ਨਸ ਕਿੱਦਾਂ ਚਲਾਉਣਗੇ, 에ਅਰਲਾਈਨਾਂ ਕਿਵੇਂ ਸੇਫ ਫੀਲ ਕਰਨਗੀਆਂ, ਵਰਕਰ ਜਿਹੜੇ ਸਰਕਾਰੀ ਕੰਮਾਂ ਦੇ ਵਿੱਚ ਹੋਰਾਂ ਥਾਵਾਂ ਤੇ ਕੰਮ ਕਰਦੇ ਉਹ ਕਿਵੇਂ ਸੁਰੱਖਿਅਤ ਫੀਲ ਕਰਨਗੇ ਜੇ ਉਹਨਾਂ ਨੂੰ ਕੋਈ ਕਲੀਅਰ ਡਾਇਰੈਕਸ਼ਨ ਨਹੀਂ ਹੈਗੀ। ਇਸ ਦੇ ਨਾਲ ਚਾਈਲਡ ਕੇਅਰ ਦੀ ਉੱਤੇ ਬਹੁਤ ਵੱਡੀ ਗੱਲ ਆ, ਫੈਡਰਲ ਗਵਰਨਮੈਂਟ ਨੇ ਹੁਣ $10 ਡੇ ਚਾਈਲਡ ਕੇਅਰ ਨੂੰ ਐਲਾਨ ਕਰ ਦਿੱਤਾ ਔਰ ਹਰ ਇੱਕ ਸੂਬੇ ਨਾਲ ਸਮਝੌਤਾ ਕਰ ਰਿਹਾ। ਉਹਦੇ ਵਿੱਚ ਕੰਜ਼ਰਵੇਟਿਵ ਪਾਰਟੀ ਨੇ ਕਿਹਾ ਤਾਂ ਕਿ ਅਸੀਂ ਨਹੀਂ ਕਰਾਂਗੇ, ਅਸੀਂ ਇਹਨੂੰ ਰੱਦ ਕਰ ਦੇਵਾਂਗੇ। ਇਹ ਚੀਜ਼ ਨੂੰ ਤਕਰੀਬਨ 20 ਸਾਲ ਲੱਗ ਗਿਆ ਇਹਦੀ ਡਿਮਾਂਡ ਹੁੰਦਿਆਂ ਨੂੰ, ਇਹ ਹੁਣ ਟਾਈਮ ਹੈਗਾ ਔਰ ਔਰਤਾਂ ਨੂੰ ਕਾਫੀ ਅਪਲਿਫਟ ਕਰਦਾ ਇਹ ਇਸ਼ੂ ਦੇ ਵਿੱਚ ਉਹ ਬਹਿਸਦੇ ਰਹੇ ਆ। ਸੋ ਇਹ ਟਾਈਪਸ ਆਫ ਇਸ਼ੂਜ਼ ਅਤੇ ਕਲਾਈਮੇਟ ਐਕਸ਼ਨ ਦੀ ਬਹੁਤ ਵੱਡੀ ਗੱਲ ਆਉਂਦੀ ਆ, ਜਿੱਥੇ ਭਵਿੱਖ ਨੂੰ ਬਚਾਉਣਾ। ਉਹਦੇ ਵਿੱਚ ਅਗੇਨ ਪਹਿਲਾਂ ਕੰਜ਼ਰਵੇਟਿਵ ਪਾਰਟੀ ਉਹਨਾਂ ਦੀ ਆਪ ਨੇ ਵੋਟ ਪਾਇਆ ਕਿ ਕਲਾਈਮੇਟ ਐਕਸ਼ਨ ਜਾਂ ਕਲਾਈਮੇਟ ਚੇਂਜ ਦੀ ਕੋਈ ਪ੍ਰੋਬਲਮ ਹੀ ਨਹੀਂ ਹੈਗੀ, ਉਹ ਨਹੀਂ ਮੰਨੀ ਨਹੀਂ ਹੈਗੀ। ਫਿਰ ਉਹਨਾਂ ਦੇ ਲੀਡਰ ਸਾਹਿਬ ਨੇ ਕਿਹਾ ਕਿ ਹਾਂ ਹੈਗੀ ਪ੍ਰੋਬਲਮ, ਅਸੀਂ ਪੁਰਾਣੇ ਟਾਰਗੇਟ ਜਿਹੜੇ ਕਿ ਲੋਅਰ ਟਾਰਗੇਟ ਉਹਨਾਂ ਨੂੰ ਮੁੜ ਕੇ ਅਸੀਂ ਨਿਯੁਕਤ ਕਰਾਂਗੇ, ਜਿਹੜਾ ਕਿ ਅੱਗੇ ਉਹਨੂੰ ਸਕ੍ਰੈਪ ਕਰ ਦਿੱਤਾ ਸੀਗਾ ਹਾਰਪਰ ਵੇਲੇ। ਅਸੀਂ ਕਿਹਾ ਅਸੀਂ ਉਹਨਾਂ ਤੋਂ ਵੀ ਗਾਂ ਸਟਰੈਂਥਨ ਕਰਨੇ ਆ, ਕਿਉਂਕਿ ਸਾਨੂੰ ਮੋਰ ਅਗਰੈਸਿਵ ਜਿਵੇਂ ਅਸੀਂ ਅੱਗਾਂ ਦੇਖੀਆਂ ਇਸ ਗਰਮੀਆਂ ਦੇ ਵਿੱਚ, ਅਸੀਂ ਗਰਮੀ ਦੇਖੀ ਇਸ ਸਮਰ ਦੇ ਵਿੱਚ, ਇਹਨਾਂ ਕਰਕੇ ਸਾਨੂੰ ਮੋਰ ਅਗਰੈਸਿਵ ਟਾਰਗੇਟਸ ਕਰਨੇ ਪੈਣੇ। ਔਰ ਜਿਹੜੇ
ਸਾਡਾ ਬਦਲਾਅ ਆ ਆਲਰੇਡੀ ਚੇਂਜ ਉਹਦਾ ਫਾਇਦਾ ਹੋਣ ਲੱਗ ਪਿਆ। ਗੱਡੀਆਂ ਆਪਾਂ ਦੇਖੀਆਂ 10% ਹੋਣ ਲੱਗ ਪਈਆਂ ਸੀ, ਉਹਨੂੰ ਸਟਰੈਂਥਨ ਕਰਨਾ, ਘਰ ਦੀ ਐਨਰਜੀ ਐਫੀਸ਼ੀਐਂਸੀ ਬੈਟਰ ਕਰਨੀ ਆ, ਟਰੀਜ਼ ਹੋਰ ਪਲਾਂਟ ਕਰਨੇ, ਪ੍ਰੋਟੈਕਟ ਏਰੀਆ ਹੋਰ ਕਰਨੇ, ਇਸ ਟਾਈਪ ਚੀਜ਼। ਸੋ ਇਹ ਮੁੱਦੇ ਵੱਡੇ ਆ ਔਰ ਉਹਦੇ ਵਿੱਚ ਜ਼ਾਹਰ ਹੋਏ ਆ ਕਿ ਇਹਨਾਂ ਦਾ ਕੰਟਰਾਸਟ ਕੀ ਹੈਗਾ, ਕਿ ਇੱਕ ਲੀਡਰ ਕੀ ਕਹਿ ਰਿਹਾ, ਦੂਸਰਾ ਲੀਡਰ ਕੀ ਕਹਿ ਰਿਹਾ। ਜਿਹੜਾ ਬਲਾਕ ਦਾ ਲੀਡਰ ਆ ਉਹਨਾਂ ਦਾ ਸਿੰਪਲ ਹੁੰਦਾ, ਉਹ ਕਹਿੰਦਾ ਜਿਹੜਾ ਚੀਜ਼ ਮੈਨੂੰ ਕੁਬੈਕ ਨੂੰ ਫਾਇਦੇਮੰਦ ਹੈ ਮੈਂ ਤਾਂ ਉੱਤੇ ਵੋਟ ਪਾਉਣੀ ਆ, ਮੈਨੂੰ ਦੂਸਰਿਆਂ ਦੀ ਕੋਈ ਪਰਵਾਹ ਨਹੀਂ ਹੈਗੀ, ਮੇਰਾ ਗੋਲ ਹੀ ਸਿਰਫ ਕੁਬੈਕ ਦਾ ਹੈਗਾ। ਜੀ, ਸੋ ਅਜਿਹੇ ਦੇ ਵਿੱਚ ਜਸਟਿਨ ਟਰੂਡੋ ਤੋਂ ਵੀ ਸਵਾਲ ਪੁੱਛਿਆ ਜਾ ਰਿਹਾ ਸੀਗਾ, ਫਿਰ ਤੋਂ ਜਿਹੜੀਆਂ ਸਾਰੀਆਂ ਵਿਰੋਧੀ ਪਾਰਟੀਆਂ ਉਹਨਾਂ ਨੇ ਕਿਤੇ ਨਾ ਕਿਤੇ ਟਰੂਡੋ ਨੂੰ ਘੇਰਿਆ ਇਸੇ ਮੁੱਦੇ ਤੇ ਵੀ ਜਿਹੜਾ ਇਹ ਸਮਾਂ ਸੀਗਾ ਨਾਜ਼ੁਕ ਸੀਗਾ, ਤੁਹਾਨੂੰ ਚੌਥੀ ਵੇਵ ਦੇ ਵਿੱਚ ਕੀ ਇਹੋ ਜਿਹੀ ਪੈ ਗਈ ਸੀਗੀ ਵੀ ਇਲੈਕਸ਼ਨ ਕਰਵਾਉਣੇ ਪਏ। ਸੋ ਇਹ ਮੁੱਦਾ ਵੀ ਕਾਫੀ ਇਸ ਡਿਬੇਟ ਦਾ ਜਿਹੜਾ ਹਿੱਸਾ ਰਿਹਾ ਔਰ ਕਾਫੀ ਜ਼ਿਆਦਾ ਇਸ ਤੇ ਗੱਲਬਾਤ ਹੁੰਦੀ ਰਹੀ। ਦੇਖੋ ਦੂਸਰੀਆਂ ਪਾਰਟੀਆਂ ਨੇ ਤਕਰੀਬਨ 2 ਦਰਜਨ ਵਾਰੀ ਗਵਰਨਮੈਂਟ ਨੂੰ ਡਿਫੀਟ ਕਰਨ ਨੂੰ, ਜਿਹੜੇ ਬਜਟ ਬਿੱਲ ਖਾਸ ਕਰਕੇ ਲੋਕਾਂ ਨੂੰ ਆ ਮਦਦ ਕਰਨ ਵਾਲੇ ਬਿੱਲ ਸੀਗੇ, ਇਹਨਾਂ ਨੂੰ ਵੋਟ ਅਗੇਂਸਟ ਪਾਈ ਆ। ਸੋ ਉਹਨੀ ਉਸ ਵੇਲੇ ਤਾਂ ਉਹ ਸੋਚਿਆ ਨਹੀਂ ਵੀ ਇਹਨਾਂ ਸਰਕਾਰ ਡਿੱਗ ਜੂਗੀ ਜਦੋਂ ਉਹਨੇ ਵੋਟ ਪਾਈ ਹੈ ਨਾ। ਸੋ ਉਹ ਨਹੀਂ ਈਵਨ ਉਦੋਂ ਪ੍ਰੀ ਵੈਕਸੀਨੇਸ਼ਨ ਸੀਗਾ, ਸੋ ਅਜੇ ਵੈਕਸੀਨੇਸ਼ਨ ਨਹੀਂ ਸੀ ਹੋਈ ਸੀ, ਪਹਿਲਾ ਵੇਵ ਸੈਕੰਡ ਵੇਵ ਦੇ ਵਿੱਚ ਸੀਗਾ, ਉਹਨੇ ਕੋਈ ਉਹਦੀ ਖੇਚਲ ਨਹੀਂ ਕੀਤੀ ਸਰਕਾਰ ਤੋਂ ਉਹਨੂੰ। ਸਾਡੀ ਜਸਟਿਨ ਟਰੂਡੋ ਉਹਨਾਂ ਨੇ ਪਹਿਲੇ ਦਿਨ ਤੋਂ ਕਿਹਾ ਸੀਗਾ ਕਿ ਦੇਖੋ ਅਸੀਂ ਜਦੋਂ 70% ਤੋਂ ਵੱਧ ਵੈਕਸੀਨੇਟ ਹੋ ਗਏ ਉਸ ਤੋਂ ਬਾਅਦ ਹੀ ਕਰਾਂਗੇ। ਹੁਣ 85% ਸਰੀ ਦਾ ਕੱਲ੍ਹ ਹੀ ਆਇਆ, ਮੇਰੇ ਖਿਆਲ 89% 1 ਡੋਜ਼ ਹੋ ਚੁੱਕੀ ਆ, ਤਾਂ 78% ਜਾਂ 79% 2 ਡੋਜ਼ ਹੋ ਗਏ। ਸੋ ਬਹੁਤ ਪ੍ਰੋਟੈਕਟ ਕਰਨ ਤੋਂ ਬਾਅਦ ਹੀ ਕੀਤਾ ਜਾ ਰਿਹਾ। ਸੋ ਜਗਮੀਤ ਸਿੰਘ ਕਹਿ ਰਹੇ ਆ ਇਸ ਗੱਲ ਨੂੰ, ਪਰ ਜਗਮੀਤ ਸਿੰਘ ਨੇ ਜਦੋਂ NDP ਪ੍ਰੋਵਿੰਸ਼ੀਅਲ ਆ ਕੇ ਕੈਂਪੇਨ ਕੀਤਾ ਜੌਨ ਹੋਰਗਨ ਦੇ ਨਾਲ ਡੋਰ ਟੂ ਡੋਰ, ਉਦੋਂ ਤਾਂ ਜੇ ਵੈਕਸੀਨ ਵੀ ਨਹੀਂ ਸੀ ਬਣੀ, ਨਾ ਵੈਕਸੀਨ ਕਿਸੇ ਨੂੰ ਲੱਗੀ ਸੀ, ਉਦੋਂ ਕੋਈ ਪ੍ਰੋਬਲਮ ਨਹੀਂ ਸੀ ਉਹਨੂੰ ਇਲੈਕਸ਼ਨ ਕਾਲ ਕਰਨ ਨੂੰ। ਹੁਣ ਕੋਈ ਜੌਨ ਹੋਰਗਨ ਦੀ ਟਿੱਪਣੀ ਨਹੀਂ ਕੀਤੀ ਵੀ ਤੁਸੀਂ ਕਿਉਂ ਇਲੈਕਸ਼ਨ ਕਾਲ ਕੀਤੀ, ਰਾਈਟ। ਸੋ ਉਹ ਆਪਣੇ ਦੋ ਜੀਬਾਂ ਨਾਲ ਗੱਲ ਕਰ ਰਹੇ ਆ। ਜਦੋਂ ਉਹਨਾਂ ਨੂੰ ਮੌਕਾ ਠੀਕ ਲੱਗਦਾ ਉਹ ਕਹਿੰਦੇ ਨਹੀਂ ਕਰਨੀ ਚਾਹੀਦੀ ਆ, ਜਦੋਂ ਉਹਨਾਂ ਲਈ ਠੀਕ ਬਣਦਾ ਤਾਂ ਉਹ ਕਹਿੰਦੇ ਨਹੀਂ ਬਹੁਤ ਵਧੀਆ ਇਲੈਕਸ਼ਨ, ਅਸੀਂ ਕੈਂਪੇਨ ਵੀ ਕਰਾਂਗੇ, ਅਸੀਂ ਉਹਨਾਂ ਨੂੰ ਇੰਡੋਰਸ ਵੀ ਕਰਾਂਗੇ। ਸੋ NDP ਦੇ ਵਿੱਚ ਖਾਸ ਕਰਕੇ ਡਬਲ ਟੰਗ ਦੇ ਨਾਲ ਉਹ ਬੋਲ ਰਹੇ ਆ। ਉਹਨੇ ਪ੍ਰੋਵਿੰਸ਼ੀਅਲ ਇਲੈਕਸ਼ਨ ਆਪ ਕਾਲ ਕੀਤੀ ਔਰ ਉਹਨਾਂ ਦੀ ਪਾਰਟੀ ਫੈਡਰਲ ਔਰ ਪ੍ਰੋਵਿੰਸ਼ੀਅਲੀ ਟਾਈਡ ਹੈਗੀ ਆ। ਸੋ ਇਹ ਨਹੀਂ ਕਹਿ ਸਕਦੇ ਕਿ ਸਾਡੇ ਸੰਬੰਧ ਨਹੀਂ ਹੈਗੇ। ਬਿਲਕੁਲ। ਇਸ ਤੋਂ ਇਲਾਵਾ ਰਣਦੀਪ ਜੀ, ਇਸ ਡਿਬੇਟ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਕੈਨੇਡੀਅਨ ਫੌਜ ਹੈ ਉਹਦਾ ਮੁੱਦਾ ਵੀ ਉਛਲਿਆ, ਜਿਸ ਦੇ ਉੱਤੇ ਜਸਟਿਨ ਟਰੂਡੋ ਨੇ ਸਾਫ਼ ਤੌਰ ਦੇ ਉੱਤੇ ਇਹ ਗੱਲ ਅੱਜ ਕਹੀ ਵੀ ਹੈ ਵੀ ਇਹ ਗਲਤ ਤਰੀਕੇ ਨਾਲ ਜਿਹੜਾ ਮੁੱਦਾ ਚੁੱਕਿਆ ਗਿਆ, ਇਸ ਦੇ ਉੱਤੇ ਜਾਂਚ ਚੱਲ ਰਹੀ ਹੈ ਔਰ ਪਹਿਲਾਂ ਹੀ ਕਿਹਾ ਗਿਆ ਸੀ। ਪਰ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਵੀ ਜਾਂਚ ਕਾਫੀ ਸਮੇਂ ਤੋਂ ਚੱਲ ਰਹੀ ਹੈ, ਇਹ ਮੁੱਦਾ ਕਾਫੀ ਸਮੇਂ ਤੋਂ ਇੱਦਾਂ ਹੀ ਚੱਲ ਰਿਹਾ, ਇਹ ਜਾਂਚ ਕੀ ਹਜੇ ਉਹ ਪੁਖਤਾ ਸਬੂਤ ਨਹੀਂ ਦੇ ਪਾਈ ਕਿ ਸਾਬਿਤ ਹੋ ਸਕੇ ਕਿ ਕੈਨੇਡੀਅਨ ਫੌਜ ਦੇ ਵਿੱਚ ਜਿਨਸੀ ਸ਼ੋਸ਼ਣ ਦੇ ਜਿਹੜੇ ਮਾਮਲੇ ਨੇ ਉਹ ਵੱਧ ਆ ਰਹੇ ਸੀਗੇ ਔਰ ਇਹਨਾਂ ਨੂੰ ਰੋਕਣਾ ਬਹੁਤ ਜ਼ਰੂਰੀ ਸੀ? ਦੇਖੋ ਇਹ ਬਹੁਤ ਵੱਡਾ ਮਸਲਾ ਔਰ ਇਹ ਪ੍ਰੀ ਲਿਬਰਲ ਆਉਣ ਤੋਂ ਪਹਿਲਾਂ ਦਾ ਮਸਲਾ ਤਾਂ ਅਸੀਂ ਉਸ ਤੋਂ ਬਾਅਦ ਇੰਪਲੀਮੈਂਟ ਕਰਦੇ ਰਹੇ। ਜਿਹੜੀਆਂ ਰੈਕਮੈਂਡੇਸ਼ਨ ਅੱਗੇ ਵੀ ਕੀਤੀਆਂ ਕਿ ਔਰਤਾਂ ਨਾਲ ਜਿਹੜਾ ਹਰਾਸਮੈਂਟ ਹੋ ਰਿਹਾ ਆਰਮੀ ਦੇ ਵਿੱਚ, ਇਹ ਸਿਸਟੈਮਿਕ ਹੋ ਗਿਆ। ਸਿਸਟੈਮਿਕ ਦਾ ਭਾਵ ਕਿ ਇਹ ਇੰਨਾ ਵੱਧ ਸੀ ਕਿ ਨਾਰਮਲੀ ਗਿਣਿਆ ਜਾਣ ਲੱਗ ਪਿਆ ਸੀਗਾ ਨਾ। ਔਰ ਇਹ ਇੰਸਟੀਟਿਊਟ ਨੂੰ ਬਦਲਾਉਣਾ ਸਖਾਲਾ ਗੱਲ ਨਹੀਂ ਹੈ, ਮੇਲ ਡੋਮੀਨੇਟਡ ਇੰਸਟੀਟਿਊਟ ਆ, ਇਹਦੇ ਵਿੱਚ ਹਾਇਰਾਰਕੀ ਆ, ਮਤਲਬ ਜੇ ਕਮਾਂਡਰ ਕਰਦਾ ਤੁਸੀਂ ਥੱਲੇ ਦਾ ਜਿਹੜਾ ਸਬੋਰਡੀਨੇਟ ਆ ਉਹਨੂੰ ਚੈਲੰਜ ਨਹੀਂ ਕਰਦਾ। ਇਹਦਾ ਕਲਚਰ ਬਹੁਤ ਡਿਫਰੈਂਟ ਹੈ। ਜਿੱਥੇ ਹੋਰ ਪਾਸੇ ਆਪਾਂ ਬਿਊਰੋਕ੍ਰੇਸੀ ਜਾਂ ਸਰਕਾਰੀ ਕੰਮ ਕਿਤੇ ਕਰਦੇ ਹਾਂ ਜਾਂ ਹੋਰ, ਉੱਥੇ ਕਲਚਰ ਡਿਫਰੈਂਟ ਹੈ। ਬੌਸ ਤੁਹਾਡਾ ਗਲਤ ਕਰਦਾ, ਤੁਹਾਡੀ ਵਿਸਲ ਬਲੋਅਰ ਤੁਸੀਂ ਕਰੋ, ਤੁਸੀਂ ਯੂਨੀਅਨ ਨੂੰ ਜਾ ਕੇ ਕੰਪਲੇਨ ਕਰ ਸਕਦੇ, ਤੁਹਾਡੇ ਕੋਲ ਬਹੁਤ ਸਾਧਨ ਆ। ਇਹ ਜਿਹੜਾ ਪੂਰਾ ਕਲਚਰ ਆ ਮਿਲਟਰੀ ਦਾ ਉਹ ਬਹੁਤ ਡਿਫਰੈਂਟ ਹੈਗਾ ਔਰ ਉਹ 'ਚ ਲੋਇਲਟੀ ਬੜੀ ਆ ਕਿ ਇਹ ਬੇਸ਼ੱਕ ਮੇਰੇ ਕਮਾਂਡਰ ਨੇ ਗਲਤ ਕੀਤਾ, ਮੇਰਾ ਉਹ ਜਰਨੈਲ ਰਿਹਾ ਜਾਂ ਮੇਰਾ ਉਹ ਕਰਨਲ ਰਿਹਾ। ਇਹ ਚੀਜ਼ਾਂ ਨੂੰ ਚੇਂਜ ਕਰਨਾ, ਔਰਤਾਂ ਨੂੰ ਹੌਸਲਾ ਦੇਣਾ ਕਿ ਉਹ ਆ ਕੇ ਰਿਪੋਰਟ ਕਰ ਸਕਣ ਤੇ ਫੇਅਰ ਤਰੀਕੇ ਨਾਲ ਹੀਅਰਿੰਗ ਕਰਾਉਣੀ ਆ, ਉਹ ਵੀ ਅਜੇ ਢਾਂਚੇ ਪੂਰੇ ਠੀਕ ਨਹੀਂ ਸੀਗੇ। ਹੁਣ ਉਹ ਜ਼ਾਹਰ ਹੋ ਰਿਹਾ ਕਿ ਉਹ ਕਰੈਕਟ ਨਹੀਂ ਜਦੋਂ ਔਰਤਾਂ ਹੁਣ ਓਪਨਲੀ ਆ ਕੇ ਦੱਸਦੀਆਂ, ਕਿਉਂਕਿ ਜਿਹੜੇ ਜੱਜ ਨੇ ਉਹਨੂੰ ਚੈੱਕ ਕਰਨਾ ਉਹ ਜਨਰਲ ਦੇ ਅੰਡਰ ਆਉਂਦਾ, ਫਿਰ ਉਹ ਕਿੱਦਾਂ ਸਪਸ਼ਟੀ ਕਰ ਸਕਦਾ ਜੇ ਉਹ ਫੇਰ ਵੀ ਆਨਸਰਬਲ ਉਹਨੂੰ ਹੈਗਾ। ਪਰ ਜੇ ਦੇਖੋ ਇਹ ਚੀਜ਼ ਜ਼ਾਹਰ ਆਉਣ ਦੇ ਨਾਲ ਕਿੰਨੇ ਜਨਰਲਾਂ ਨੂੰ ਅਸਤੀਫੇ ਦੇਣੇ ਪਏ, ਐਡਮਿਰਲ ਨੇਵੀ ਦੇ ਨੂੰ ਅਸਤੀਫਾ ਦੇਣਾ ਪਿਆ, ਇਹ ਬਾਹਰ ਆ ਗਈ ਹੈ। ਸੋ ਕਾਫੀ ਚੇਂਜ ਆ ਜਿਹੜਾ ਟੌਪ ਲੈਵਲ ਦੇ ਵਿੱਚ ਜਿਹੜਾ ਬਦਲਾਅ ਕਰਨ ਨੂੰ ਰੋਕ ਰਿਹਾ ਸੀਗੇ ਗਰੁੱਪ, ਖਾਸ ਕਰਕੇ ਸੀਨੀਅਰ ਅਫੀਸ਼ੀਅਲਸ, ਉਹ ਹੁਣ ਛਾਣਬੀਨ ਕਾਫੀ ਹੋ ਗਿਆ, ਉਹ ਕੱਢੇ ਗਏ। ਆਸ ਕਰਦੇ ਕਿ ਹੁਣ ਐਟਲੀਸਟ ਇੰਸਟੀਟਿਊਸ਼ਨਲ ਚੇਂਜ ਅੰਦਰੋਂ ਆਊਗਾ ਤੇ ਜਿਹੜੀਆਂ ਉਹ ਰੈਕਮੈਂਡੇਸ਼ਨਸ ਅੱਗੇ ਉਦਾਂ ਹੀ ਉਹ ਵਿਜ਼ੂਅਲੀ ਕਰ ਦਿੰਦੇ ਸੀਗੇ ਪਰ ਪ੍ਰੈਕਟੀਕਲੀ ਇੰਪਲੀਮੈਂਟ ਨਹੀਂ ਸੀ ਕਰਦੇ, ਉਹ ਹੁਣ ਥੋੜ੍ਹਾ ਜਿਹਾ ਹੋ ਗਿਆ ਤਾਂ ਔਰਤਾਂ ਨੂੰ ਵੀ ਉਹਦੇ ਵਿੱਚ ਕੌਨਫੀਡੈਂਸ ਮਿਲੂਗਾ ਕਿ ਜੇ ਸਾਡੇ ਨਾਲ ਕੋਈ ਛੇੜਛਾੜੀ ਹੁੰਦੀ ਆ ਅਸੀਂ ਇੱਥੇ ਜਾਊਂਗੇ ਰਿਪੋਰਟ, ਸਾਡੀ ਪੂਰੀ ਸਪਸ਼ਟੀ ਹੋਊਗੀ ਔਰ ਪੂਰਾ ਉੱਤੇ ਜਸਟਿਸ ਮਿਲੂਗਾ।
ਇਹ ਹੈਗਾ ਮਾਮਲਾ, ਇਹ 'ਚ ਕੋਈ ਗੱਲ ਨਹੀਂ, ਸ਼ੱਕ ਨਹੀਂ ਕਿ ਇਹ ਇਸ਼ੂ ਨਹੀਂ ਹੈਗਾ, ਇਹ ਬਿਲਕੁਲ ਇਸ਼ੂ ਹੈਗਾ। ਸੋ ਫਿਰ ਵੀ ਇਹਦੇ ਸੰਬੰਧੀ ਕਦੋਂ ਤੱਕ ਜਿਹੜੀ ਕੋਈ ਵੀ ਕਲੀਅਰੈਂਸ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ, ਕੋਈ ਪ੍ਰੈਸ ਕਾਨਫਰੰਸ ਹੋ ਸਕਦੀ ਹੈ ਵੀ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਕੀ ਤਬਦੀਲੀ ਆ ਰਹੀ ਹੈ ਜਾਂ ਫਿਰ ਕਿੱਥੋਂ ਤੱਕ ਕੀ ਰਿਪੋਰਟ ਪਹੁੰਚੀ ਹੈ? ਐਕਚੁਅਲ ਦੇ ਵਿੱਚ ਇਹਦੇ ਤੇ ਇੱਕ ਜਾਣਕਾਰੀ ਜ਼ਰੂਰੀ ਹੈ ਹੁਣ ਫੈਡਰਲ ਦੇ ਵੱਲੋਂ। ਸ਼ੋਰ ਦੇਖੋ, ਇਹਦੀ ਆਡੀਟਰ ਜਨਰਲ ਐਨੂਅਲੀ ਕਰਦਾ ਇਹਦੇ ਉੱਤੇ, ਜਦੋਂ ਮੈਂ ਵੀ ਉਹਦੇ ਵਿੱਚ ਇੱਕ ਦੋ ਵਾਰੀ ਸ਼ਾਮਲ ਸੀਗਾ ਉਹ ਕਮੇਟੀ ਦੇ ਵਿੱਚ ਜਦੋਂ ਇਹ ਆਡਿਟ ਹੋਏ ਆ। ਸੋ ਇਹ ਐਵਰੀ ਈਅਰ ਉਹ ਕਾਇੰਡ ਰਿਪੋਰਟ ਕਰਦੇ ਆ, ਔਰ ਜਿੱਥੇ ਚੀਜ਼ ਦੇ ਵਿੱਚ ਨਹੀਂ ਉਹਦੀ ਵੀਕਨੈਸ ਆ ਉਹਨੂੰ ਫੇਰ ਪੁਸ਼ ਕਰਦੇ। ਹੁਣ ਤਦੇ ਉਹਨੇ ਜਸਟਿਸ ਨੂੰ, ਰਿਟਾਇਰਡ ਜਸਟਿਸ ਨੂੰ ਫੇਰ ਅਪੁਆਇੰਟ ਕੀਤਾ ਕਿ ਇਹ ਡੀਟੇਲ ਸਾਨੂੰ ਲੱਭ ਕੇ ਦੱਸੋ ਕਿੱਥੇ ਕਿੱਥੇ ਅਸੀਂ ਕਿਹੜੇ ਚੀਜ਼ ਨਾਲ, ਆ ਹੁਣ ਜਿਹੜੀਆਂ ਰੀਸੈਂਟਲੀ ਹੋਰ ਨਿਕਲੀਆਂ ਗੱਲਾਂ ਜਿਹੜੀਆਂ ਕਿ 4 ਸਾਲ ਪਹਿਲਾਂ ਨਹੀਂ ਸੀਗੀਆਂ, ਇਹਨਾਂ ਨੂੰ ਅਸੀਂ ਕਿੱਦਾਂ ਫਿਕਸ ਕਰ ਸਕਦੇ, ਕਿੱਦਾਂ ਇਹਨੂੰ। ਸੋ ਉਹਦੀ ਰਿਪੋਰਟ ਆਸ ਕਰਦੇ ਹਾਂ ਆਉਣ ਵਾਲੇ ਮਹੀਨਿਆਂ ਦੇ ਵਿੱਚ ਉਹ ਆਊਗੀ, ਔਰ ਉਹ ਰਿਪੋਰਟ ਅਨੁਸਾਰ ਇਹ ਫਿਕਸ ਕਰਕੇ ਐਡਜਸਟ ਕਰਕੇ ਇਹ ਇੰਸਟੀਟਿਊਟ ਨੂੰ ਫਿਕਸ ਕਰਨਾ ਪੈਣਾ। ਰਣਦੀਪ ਜੀ, ਇਮੀਗ੍ਰੇਸ਼ਨ ਦੇ ਮੁੱਦਿਆਂ ਤੇ ਵੀ ਤੁਹਾਡੇ ਨਾਲ ਗੱਲ ਕਰਨੀ ਹੈ, ਕਿਉਂਕਿ ਮੈਕਸੀਕੋ ਤੋਂ ਕਈ ਵੀਡੀਓ ਸਾਹਮਣੇ ਆ ਰਹੀਆਂ ਨੇ ਵੀ ਜਿਹੜੇ ਬੱਚੇ ਉੱਥੋਂ ਸਟੂਡੈਂਟਸ ਆ ਰਹੇ ਸੀਗੇ ਜਾਂ ਫਿਰ ਕਈ ਯਾਤਰੀ ਉੱਥੇ ਫਸੇ ਹੋਏ ਨੇ। ਇਸ ਮਾਮਲੇ ਤੇ ਅਸੀਂ ਗੱਲ ਕਰਾਂਗੇ, ਪਰ ਉਸ ਤੋਂ ਪਹਿਲਾਂ ਅਸੀਂ ਥੋੜੀ ਜਿਹੀ ਇਲੈਕਸ਼ਨ ਸੰਬੰਧੀ ਜਿਹੜੀ ਹੈ ਗੱਲ ਕਰ ਲਈਏ। ਇਲੈਕਸ਼ਨ ਸੰਬੰਧੀ ਤੁਹਾਡੀ ਆਪਣੀ ਰਾਈਡਿੰਗ ਦੇ ਵਿੱਚ ਰਣਦੀਪ ਜੀ ਕੀ ਕੁਝ ਚੱਲ ਰਿਹਾ ਇਸ ਟਾਈਮ, ਕਿਵੇਂ ਦੇ ਚੱਲ ਰਿਹਾ ਚੋਣ ਪ੍ਰਚਾਰ? ਸਪੈਸ਼ਲੀ ਤੁਹਾਡੇ ਜਿਹੜੇ ਓਪੋਨੈਂਟ ਨੇ ਉਹ ਵੀ ਕਾਫੀ ਐਕਟਿਵ ਦਿਖਾਈ ਦੇ ਰਹੇ ਨੇ, ਸੋਨੀਆ ਜੀ। ਸੋ ਕਿਵੇਂ ਦਾ ਚੱਲ ਰਿਹਾ ਔਰ ਕਿਹੜੇ ਕਿਹੜੇ ਮੁੱਦੇ ਜਿਹੜੇ ਨੇ ਤੁਹਾਡੀ ਆਪਣੀ ਰਾਈਡਿੰਗ ਦੇ ਸਭ ਤੋਂ ਜ਼ਿਆਦਾ ਅੱਗੇ ਆ ਰਹੇ ਨੇ? ਦੇਖੋ, ਆਈ ਥਿੰਕ ਰਾਈਡਿੰਗ ਦੇ ਵਿੱਚ ਬਹੁਤ ਸੋਹਣਾ ਮਾਹੌਲ ਆ, ਬੜਾ ਉਤਸ਼ਾਹ ਦੇ ਨਾਲ ਲੋਕ ਮਿਲ ਰਹੇ ਆ। ਮੈਂ ਜਿਹੜਾ ਖਾਸ ਕਰਕੇ ਇੱਕ ਬਹੁਤ ਵੱਡੀ ਗੱਲ ਮੈਂ ਇੰਪਰੂਵਮੈਂਟ ਦੇਖ ਸਕਦਾ, ਉਹ ਆਪਾਂ ਔਰਤਾਂ ਦੀ ਗੱਲ ਕਰਦੇ ਸੀਗੇ ਕਿ ਹੁਣ ਮੇਰੀਆਂ ਭੈਣਾਂ ਜਦੋਂ ਡੋਰ ਤੇ ਅਸੀਂ ਆਉਂਦੇ ਆ ਉਹ ਕੌਨਫੀਡੈਂਟਲੀ ਕਹਿੰਦੀਆਂ ਨਹੀਂ ਜੀ ਹਾਂ ਤੁਹਾਨੂੰ ਸਪੋਰਟ ਵੀ ਕਰਨੀ ਆ, ਲੌਨ ਸਾਈਨ ਵੀ ਲਾ ਕੇ ਆਓ। ਅੱਗੇ ਬਹੁਤ ਇਹ ਅਸੀਂ ਨੋਟ ਕਰਦੇ ਸੀਗੇ ਕਿ ਕਹਿੰਦੀਆਂ ਸੀ ਨਹੀਂ ਮੇਰਾ ਹਸਬੈਂਡ ਆ ਕੇ ਉਹ ਦੱਸੂਗਾ ਕਿ ਮੈਂ ਅਸੀਂ ਕਿੱਦਾਂ ਕਰਨਾ, ਫੇਸ ਲੌਨ ਸਾਈਨ ਲਾਇਓ ਜਾਂ ਅਸੀਂ ਵੋਟ ਕਿੱਦਾਂ ਪਾਉਣੀ, ਤੁਹਾਨੂੰ ਦੱਸ ਦੇਣੀ। ਸਲਾਹ ਪਹਿਲਾਂ ਉਹਦਾ ਵੀ ਕੌਨਫੀਡੈਂਸ ਆ, ਉਹ ਆਪਣੇ ਆਪ ਦੇ ਹੱਕ ਦੀ ਹੈਗੀ ਹੈ ਕਿ ਮੈਂ ਕਿੱਦਾਂ ਵੋਟ ਪਾਉਣੀ ਆ। ਜੇ ਉਹ ਮੈਨੂੰ ਮੇਰੀ ਸੇਵਾਵਾਂ ਨੂੰ ਲਾਈਕ ਕਰਦੀ ਆ, ਉਹ ਆਪਣੇ ਆਪ ਹੀ ਕਹਿੰਦੀ ਹੈ ਕਿ ਨਹੀਂ ਜੀ ਸਾਈਨ ਲਾਓ। ਸੋ ਇਹ ਬਹੁਤ ਇੰਪਰੂਵਮੈਂਟ ਹੈ। ਮੈਂ ਕਹਿੰਦਾ ਆਪਣੇ ਖਾਸ ਕਰਕੇ ਆਪਣੇ ਸਾਊਥ ਏਸ਼ੀਅਨ ਭਾਈਚਾਰੇ 'ਚ ਬਹੁਤ ਅਪਲਿਫਟਮੈਂਟ ਹੈ ਕਿ ਮੈਂ 6 ਸਾਲਾਂ ਜਿਹੜਾ ਦੇਖਿਆ, ਨਾਟ ਓਨਲੀ ਕਿ ਮੇਰੇ ਤੇ ਉਹ ਟੈਸਟਮੋਨੀ ਹੈ ਕਿ ਮੇਰੇ ਨਾਲ ਕੌਨਫੀਡੈਂਸ ਹੈਗਾ, ਆਈ ਥਿੰਕ ਉਹ ਵੀ ਬਹੁਤ ਵੱਡੀ ਚੀਜ਼ ਹੈ, ਪਰ ਉਹਨਾਂ ਦਾ ਆਪ ਦੇ ਵਿੱਚ ਵੀ ਇਲੈਕਟੋਰਲ ਪ੍ਰੋਸੈਸ ਦੇ ਵਿੱਚ ਆਪਣੀ ਆਪ ਦੀ ਡਿਸੀਜਨ ਮੇਕਿੰਗ ਐਬਿਲਿਟੀ ਦੇ ਵਿੱਚ ਕੌਨਫੀਡੈਂਸ ਹੈ ਕਿ ਉਹ ਆਪਣੇ ਆਪ ਕੌਨਫੀਡੈਂਟਲੀ ਕਹਿ ਸਕਦੇ। ਸੋ ਇਹ ਚੀਜ਼ ਮੈਂ ਬਹੁਤ ਇੰਪਰੂਵਮੈਂਟ ਦੇਖੀ। ਜਿਹੜੀ ਮੈਂ ਕਹਿ ਲਓ ਥੋੜ੍ਹੀ ਜਿਹੀ ਨੈਗੇਟਿਵ ਦੇਖੀ ਆ ਜਾਂ ਸੈਡ ਥਿੰਗ ਦੇਖੀ ਆ, ਉਹ ਹੈਗਾ ਕਿ ਡਿਬੇਟਸ ਜਿੱਥੇ ਅਸੀਂ ਪਿਛਲੀ ਇਲੈਕਸ਼ਨ ਦੇ ਵਿੱਚ ਸਾਰੇ ਕੈਂਡੀਡੇਟ ਆਉਂਦੇ ਸੀਗੇ, ਉਹ ਹੁਣ ਮੈਂ ਦੇਖਿਆ ਕੈਂਡੀਡੇਟ ਖਾਸ ਕਰਕੇ ਕੰਜ਼ਰਵੇਟਿਵ ਪਾਰਟੀ ਦੇ, ਉਹ ਕਿਤੇ ਵੀ ਸਰੀ ਵਾਲੇ ਕੈਂਡੀਡੇਟ ਜਿਹੜੇ ਐਟਲੀਸਟ ਮੈਂ ਹੋਰ ਨਹੀਂ ਕਹਿ ਸਕਦਾ, ਉਹ ਕੋਈ ਡਿਬੇਟ ਤੇ ਨਹੀਂ ਆ ਰਿਹਾ। ਤੁਹਾਡੀ ਚੈਨਲ ਪੰਜਾਬੀ ਤੇ ਵੀ ਨਹੀਂ ਆਏ। ਕੱਲ ਸਾਡੀ ਡਾਊਨਟਾਊਨ ਸਰੀ ਬਿਜ਼ਨਸ ਇੰਪਰੂਵਮੈਂਟ ਐਸੋਸੀਏਸ਼ਨ ਦੀ ਜਿਹੜੀ ਕਿ ਨਾਰਮਲੀ ਫਰਸਟ ਹੁੰਦੀ ਆ ਸਾਡੇ ਏਰੀਏ ਦੀ ਵੱਡੀ ਡਿਬੇਟ, ਤੇ ਉਹਦੇ ਵਿੱਚ ਵੀ ਨਹੀਂ ਸ਼ਾਮਲ ਹੋਏ। ਸਾਨੀਆ ਜੀ ਵੀ NDP ਦੇ ਨਹੀਂ ਸ਼ਾਮਲ ਹੋਏ, ਓਨਲੀ ਗ੍ਰੀਨ ਪਾਰਟੀ ਦੇ ਫੀਲਿਕਸ ਆਏ ਸੀਗੇ ਜਾਂ ਮੈਂ ਸੀਗਾ। ਸੋ ਇਹ ਔਰ ਲੋਕ ਸੁਣਨ ਆਏ ਆ, ਉਹ ਕਾਫੀ ਡਿਸਅਪੁਆਇੰਟ, ਈਵਨ ਉਹਨਾਂ ਦੇ ਵੀ ਕਈ ਫੈਨ ਆਏ ਆ ਉਹਨਾਂ ਦੀ ਪਾਰਟੀਆਂ ਦੇ, ਜਿੱਥੇ ਉਹ ਆ ਕੇ ਸੁਣਨਾ ਚਾਹੁੰਦੇ ਸੀਗੇ। ਸੋ ਆਈ ਥਿੰਕ ਇਹ ਇੱਕ ਫੇਲੀਅਰ ਹੈ। ਆਈ ਥਿੰਕ ਜਿਹੜੀ ਪਾਰਟੀਆਂ ਦੇ ਉਮੀਦਵਾਰ ਨਹੀਂ ਉੱਥੇ ਪਹੁੰਚਦੇ ਜਦੋਂ ਸੱਦਿਆ ਦਿੱਤਾ ਜਾਂਦਾ, ਕਿਉਂਕਿ ਫੰਡਾਮੈਂਟਲੀ ਪੁਰਾਣੇ ਟਾਈਮਾਂ ਤੇ ਚਰਚਾਂ ਦੇ ਬੇਸਮੈਂਟਾਂ 'ਚ ਹੁੰਦੀ ਸੀਗੀ, ਪਾਰਕਾਂ ਦੇ ਕਾਰਨਰ ਤੇ ਇੱਕ ਥੱਲੇ ਸਟੰਪ ਰੱਖ ਕੇ ਜਾਂ ਡੱਬਾ ਰੱਖ ਕੇ ਉਹਦੇ ਉੱਤੇ ਖੜ ਕੇ ਕੀਤੀ ਜਾਂਦੀ ਹੁੰਦੀ ਸੀ। ਇਹ ਚੀਜ਼ ਫੰਡਾਮੈਂਟਲ ਤੁਸੀਂ ਆਨਲਾਈਨ ਕਰਾਉਨੇ ਆ ਤਾਂ ਕਿ ਆਨਲਾਈਨ ਲੋਕ ਦੇਖ ਸਕਦੇ ਔਰ TV ਤੇ ਦੇਖ ਸਕਦੇ। ਸੋ ਇਹ ਇੰਪੋਰਟੈਂਟ ਆ। ਜਿੱਥੇ ਇਸ਼ੂਜ਼ ਦੀ ਗੱਲ ਆਉਂਦੀ ਆ, ਆਈ ਥਿੰਕ ਇਸ਼ੂਜ਼ ਜਿਹੜੇ ਨੈਸ਼ਨਲੀ ਆ ਉਹ ਵੈਰੀ ਸਿਮਿਲਰ ਆ। ਹਾਊਸਿੰਗ ਅਫੋਰਡੇਬਿਲਿਟੀ ਦੀ ਆਲਵੇਜ਼ ਗੱਲ ਕਰਦੇ, ਉਹ ਦੇਖਣਾ ਚਾਹੁੰਦੇ ਸਾਡੇ ਬੱਚੇ ਸਾਡਾ ਘਰ ਇੱਥੇ ਲੈ ਸਕਣਗੇ। ਉਹ ਕਾਫੀ ਸਾਡਾ RRSP ਜਿਹੜਾ ਪ੍ਰੋਗਰਾਮ ਹੈ ਟੈਕਸ ਫ੍ਰੀ ਅਸੀਂ ਲਿਆ ਸਕਦੇ ਪੈਸੇ, ਇਹਨੂੰ ਬੜਾ ਪਸੰਦ ਕਰਦੇ ਆ। ਜਿਹੜੇ ਸਾਡੇ 60% ਸਰੀ ਦੇ ਨਿਵਾਸੀ ਸਮਾਲ ਬਿਜ਼ਨਸ ਔਰ ਮੋਸਟਲੀ ਉਹ ਕੰਸਟਰਕਸ਼ਨ 'ਚ ਆ, ਉਹ ਸਾਰੇ ਵੈਰੀ ਆ ਕਿ ਬਿਲਡਿੰਗ ਪਰਮਿਟ ਟਾਈਮ, ਡਿਵੈਲਪਮੈਂਟ ਪਰਮਿਟ ਟਾਈਮ ਬਹੁਤ ਦੇਰ ਲੱਗਦੀ ਆ। ਇਕੱਲਾ ਸਰੀ ਨਹੀਂ, ਲੋਅਰ ਮੇਨਲੈਂਡ ਦੇ ਵਿੱਚ ਵੈਨਕੂਵਰ ਵਰਸਟ ਆ, ਉੱਥੇ 5 ਸਾਲ ਲੱਗ ਜਾਂਦੇ ਜੇ ਟਾਵਰ ਬਣਨਾ ਪਰਮਿਟ ਲੈਣ ਨੂੰ। ਘਰ ਲਈ 1.5 ਸਾਲ ਲੱਗ ਜਾਂਦਾ। ਸਰੀ 'ਚ ਵੀ 8-9 ਮਹੀਨੇ ਸਾਲ ਲੱਗ ਜਾਂਦਾ ਤੁਹਾਨੂੰ ਰੈਗੂਲਰ ਪਰਮਿਟ। ਉਹਦਾ ਅਸੀਂ ਜਿਹੜਾ ਪੈਸੇ ਦੇ ਰਹੇ ਕਿ ਸਿਟੀਜ਼ ਨੂੰ ਜਿਹੜਾ ਟਾਈਮ ਆਪਣਾ ਘਟਾਉਣਗੀਆਂ ਪਰਮਿਟ ਦਾ, ਉਹ ਆਪਣੇ ਉਹਦੇ ਨਾਲ ਬਿਲਡਿੰਗ ਪਰਮਿਟ ਪਲਾਨ ਚੱਕਰ ਹਾਇਰ ਕਰਨਗੇ ਔਰ ਉਹ ਕੰਟਰੈਕਟ ਹੋਊਗਾ ਉਹਦੇ ਨਾਲ ਰਿਡਿਊਸ ਕਰੋਗੇ। ਉਹ ਨਾਲ ਬਹੁਤ ਖੁਸ਼ ਹੈ ਕਿ ਉਹਨਾਂ ਸਪਲਾਈ ਵਧਣ ਦੀ ਪੂਰੀ ਆਸ ਆ, ਕਿਉਂਕਿ ਜੇ ਪਰਮਿਟ ਜਲਦੀ ਹੋ ਗਏ ਉਹਨਾਂ ਕਾਸਟ ਕੰਜ਼ਿਊਮਰ ਨੂੰ ਵੀ ਘੱਟ ਹੋਊਗੀ। ਸੋ ਇਹ ਆਈ ਥਿੰਕ ਇਸ਼ੂਜ਼ ਹੈਗੇ। ਬਾਕੀ ਸੇਫਟੀ, ਕ੍ਰਾਈਮ ਦੀ, ਗੈਂਗ ਵਾਇਲੈਂਸ ਦੀ, ਔਰ ਆਈ ਥਿੰਕ ਓਵਰਆਲ ਦੇਖ ਰਿਹਾ ਲੋਕ ਕਿ ਜਿਹੜੇ
ਪ੍ਰੀਵੈਂਟਿਵ ਇੰਟਰਵੈਂਸ਼ਨ ਮੈਥਡਸ ਹੈਗੇ ਆ ਉਹ ਸਲੋਲੀ ਉਹਦਾ ਵਰਕ ਅਸਰ ਕਰ ਰਿਹਾ ਆ ਕਿ ਕ੍ਰਾਈਮ ਹੌਲੀ ਡਾਊਨ ਜਾ ਰਿਹਾ। ਲਾਸਟ ਈਅਰ ਕਾਫੀ ਲੋ ਸੀਗਾ ਕ੍ਰਾਈਮ, ਈਵਨ ਦੋ ਸਪਰਟਸ ਵਿੱਚ ਹੁੰਦੀਆਂ ਸ਼ੂਟਿੰਗਸ ਦੀ, ਹੁਣ ਫੇਰ ਕਾਫੀ ਕੰਟਰੋਲ ਦੇ ਵਿੱਚ ਆਇਆ। ਇਹ ਕਦੇ ਪੂਰੇ ਤੌਰ ਤੇ ਖਤਮ ਹੋਣਾ ਤਾਂ ਬਹੁਤ ਔਖਾ, ਪਰ ਅਸੀਂ ਪੂਰਾ ਕੋਸ਼ਿਸ਼ ਹੈ ਕਿ ਐਟਲੀਸਟ ਅਸੀਂ ਡਿਸਪ੍ਰੋਪੋਰਸ਼ਨੇਟਲੀ ਨਾ ਹਾਈਅਰ ਹੋਈਏ ਬਾਕੀ ਲੋਅਰ ਮੇਨਲੈਂਡ ਨੂੰ, ਤੇ ਸਾਡੇ ਬੱਚਿਆਂ ਨੂੰ ਹੋਰ ਆਪਸ਼ਨਸ ਜ਼ਰੂਰ ਹੋਣ ਕਿ ਉਹ ਇਹੀ ਸਾਈਡ ਤੇ ਨਾ ਜਾਣ, ਉਹ ਵਧੀਆ ਸਾਈਡ ਤੇ ਜਾਣ ਤੇ ਆਪਣੀ ਐਨਰਜੀ ਤੇ ਟੈਲੈਂਟ ਆ ਉਹ ਸਾਹਮਣੇ ਗਨਸ ਐਂਡ ਗੈਂਗ ਐਂਡ ਵਾਇਲੈਂਸ ਤੇ ਕਰਨ, ਸਾਹਮਣੇ ਉਹ ਹੋਰ ਜੌਬ ਜਾਂ ਹੋਰ ਕਰੀਅਰ ਦੇ ਵਿੱਚ ਉਹ ਕਰਨ। ਇਹ ਚੀਜ਼ਾਂ ਉਹਨਾਂ ਲਈ ਇੰਪੋਰਟੈਂਟ ਹੈਗੀਆਂ। ਇੱਕ ਰੇਸਿਜ਼ਮ ਦੇ ਮੁੱਦੇ ਦੀ ਗੱਲ ਬਹੁਤ ਉੱਠ ਰਹੀ ਹੈ ਕਿ ਰੇਸਿਜ਼ਮ ਦਾ ਮੁੱਦਾ ਜਿੰਨੇ ਵੱਡੇ ਲੈਵਲ ਤੇ ਉੱਠਣਾ ਚਾਹੀਦਾ ਇਸ ਵੇਲੇ, ਉਹ ਲਿਬਰਲ ਦੇ ਪਲੇਟਫਾਰਮ ਦੇ ਵਿੱਚ ਵੀ ਕਿਤੇ ਲੋਕਾਂ ਨੂੰ ਨਜ਼ਰ ਨਹੀਂ ਆਇਆ। ਇਸ ਤੋਂ ਇਲਾਵਾ ਕਈ ਲੋਕਾਂ ਦਾ ਇਹ ਕਹਿਣਾ ਸੀਗਾ ਕਿ ਜਿਸ ਤਰੀਕੇ ਨਾਲ ਬਹੁਤ ਨੌਕਰੀਆਂ ਦੀ ਵੀ ਡਿਮਾਂਡ ਕੀਤੀ ਜਾ ਰਹੀ ਹੈ, ਨੋ ਡਾਊਟ ਤੁਹਾਡੇ ਪਲੇਟਫਾਰਮ ਦੇ ਵਿੱਚ ਨੌਕਰੀਆਂ ਸ਼ਾਮਿਲ ਨੇ, ਕਲਾਈਮੇਟ ਦੇ ਉੱਤੇ ਤੁਸੀਂ ਕੰਮ ਕਰਨਾ ਸ਼ਾਮਿਲ ਕੀਤਾ ਉਹਦੇ ਵਿੱਚ, ਔਰ ਇਸ ਦੇ ਵਿੱਚ ਕਿਤੇ ਨਾ ਕਿਤੇ ਹਥਿਆਰਾਂ ਦੇ ਉੱਤੇ ਤੁਸੀਂ ਕਿਹਾ ਵੀ ਪਾਬੰਦੀ ਲਗਾਉਣੀ ਹੈ, ਇੰਡੀਜਨਸ ਦੇ ਲਈ ਤੁਸੀਂ ਉਹਨਾਂ ਲਈ ਕਦਮ ਚੁੱਕਣੇ ਆ, ਕਲਾਈਮੇਟ ਦੇ ਉੱਤੇ ਵੀ। ਸੋ ਇਹ ਸਾਰੇ ਨੋਰਮਲ ਮੁੱਦੇ ਹੈਗੇ ਨੇ, ਪਰ ਕੁਝ ਮੁੱਦਿਆਂ ਦੇ ਉੱਤੇ ਉਹਨਾਂ ਨੂੰ ਲੱਗਦਾ ਵੀ ਜ਼ਰੂਰਤ ਸੀਗੀ ਇਸ ਵੇਲੇ ਇਹਨਾਂ ਨੂੰ ਚੁੱਕਣ ਦੀ, ਜਿਹਦੇ 'ਚ ਮੈਂ ਸ਼ਾਮਿਲ ਕੀਤਾ ਕਿ ਰੇਸਿਜ਼ਮ ਦਾ ਮੁੱਦਾ, ਤੇ ਇਸ ਤੋਂ ਇਲਾਵਾ ਓਵਰਡੋਜ਼ ਦੇ ਨਾਲ ਜਿਹੜੀਆਂ ਮੌਤਾਂ ਹੋ ਰਹੀਆਂ ਨੇ, ਕਹਿੰਦੇ ਚੋਣ ਪ੍ਰਚਾਰ 'ਚ ਨਜ਼ਰ ਨਹੀਂ ਆ ਰਹੇ ਸਾਨੂੰ। ਸੋ ਰੇਸਿਜ਼ਮ ਦਾ ਤਾਂ ਸਾਡੇ ਪਲੇਟਫਾਰਮ 'ਚ ਹੈਗਾ ਸੀਗਾ। ਕੰਜ਼ਰਵੇਟਿਵ ਪਾਰਟੀ ਦਾ ਬਿਲਕੁਲ ਇੱਕ ਵਾਰੀ ਵੀ ਵਰਡ ਰੇਸਿਜ਼ਮ ਦਾ ਨਹੀਂ ਆਉਂਦਾ ਉਹਨਾਂ ਦੇ ਪਲੇਟਫਾਰਮ ਦੇ ਵਿੱਚ, ਨਾ ਉਹਨੀ ਗੱਲ ਇਹਦੀ ਕੀਤੀ ਆ, ਨਾ ਉਹਨੀ ਪਾਰਲੀਮੈਂਟ 'ਚ ਕਦੇ ਕੀਤੀ ਆ ਪਿਛਲੇ 5 ਸਾਲਾਂ ਦੇ ਵਿੱਚ, 6 ਸਾਲਾਂ ਦੇ ਵਿੱਚ, ਨਾ ਉਹਨੀ ਹੁਣ ਆਪਣੇ ਪਲੇਟਫਾਰਮ 'ਚ ਕੀਤਾ। ਅਸੀਂ ਮਿਨਿਸਟਰ ਵੀ ਆਫ ਡਾਇਵਰਸਿਟੀ ਐਂਡ ਇਨਕਲੂਜਨ ਕੀਤੇ ਆ, ਉਹ ਡਿਪਾਰਟਮੈਂਟ ਆ ਉਹਦਾ $50 ਮਿਲੀਅਨ ਬਜਟ ਵੀ ਦਿੱਤਾ ਕਿ ਉਹ ਸਟ੍ਰੈਟਜੀ, ਕਈ ਵਾਰੀ ਕਹਿ ਦਿੰਦੇ ਕਿ ਸਰਕਾਰ ਕਿਹੜੀ ਦੱਸ ਰਹੀ ਆ, ਉਹ ਲੋਕਾਂ ਤੋਂ ਮੰਗ ਕਰ ਰਹੀ ਤੁਸੀਂ ਸਾਨੂੰ ਦੱਸੋ ਸਾਨੂੰ ਕਿਹੜੇ ਸਟ੍ਰੈਟਜੀ, ਕਿਉਂਕਿ ਰੇਸਿਜ਼ਮ ਇੱਕ ਇਕੱਲੇ ਕਾਨੂੰਨ ਜਾਂ ਪਾਲਿਸੀ ਨਾਲ ਨਹੀਂ ਹੁੰਦਾ, ਇਹ ਲੋਕਾਂ ਨੂੰ ਜਾਗਰਤ ਦੇਣੀ, ਲੋਕਾਂ ਨੂੰ ਅਵੇਅਰਨੈਸ ਕਰਨਾ। ਜਿਵੇਂ ਹੁਣ ਆਪਣਾ ਕਾਮਾਗਾਟਾ ਮਾਰੂ ਦਾ ਸ਼ਿਪ ਸੀ, ਉਹਦੀ ਲੋਕਾਂ ਨੂੰ ਜਾਣਕਾਰੀ ਦੇਣੀ। ਹੁਣ ਮੈਨੂੰ ਗੋਰੇ ਵਿਅਕਤੀ ਚੀਨੇ ਵੀ ਆ ਕੇ ਦੱਸਦੇ ਆ, ਉਹਨਾਂ ਸਾਰਿਆਂ ਨੂੰ ਸ਼ਿਪ ਬਾਰੇ ਪਤਾ, ਜਿੱਥੇ ਕਿ ਅਪੋਲੋਜੀ ਤੋਂ ਪਹਿਲਾਂ ਕਿਸੇ ਆਮ ਵਿਅਕਤੀ ਨੂੰ ਪਤਾ ਹੀ ਨਹੀਂ ਸੀ ਸ਼ਿਪ ਕੀ ਹੈਗਾ, ਕੀ ਮੁੜਿਆ ਸੀਗਾ। ਸਾਡੇ ਆਪ ਦੀ ਕਮਿਊਨਿਟੀ ਈਵਨ ਹਜੇ ਵੈਨਕੂਵਰ ਦੇ ਵਿੱਚ ਥੋੜ੍ਹਾ ਲੋਅਰ ਮੇਨਲੈਂਡ 'ਚ ਪਤਾ ਸੀ, ਟੋਰਾਂਟੋ ਦੇ ਲੋਕ, ਕੈਲਗਰੀ ਨੂੰ ਪਤਾ ਹੀ ਨਹੀਂ ਸੀਗੇ ਕਿ ਸਾਡਾ 100 ਸਾਲ ਪਹਿਲਾਂ ਸ਼ਿਪ ਆਇਆ ਸੀ ਤਾਂ ਮੋੜਤਾ ਸੀ ਆਹ ਕਾਰਨ। ਸੋ ਉਹ ਯਤਨ ਕਰ ਰਿਹਾ, ਉਹਨੂੰ $50 ਮਿਲੀਅਨ ਦਾ ਬਜਟ ਵੀ ਆ, ਉਹਨੇ 2 ਸਮਟ ਵੀ ਕੀਤੇ ਇਸਲਾਮੋਫੋਬੀਆ ਦਾ, ਐਂਟੀਸੈਮਿਟਿਜ਼ਮ ਦਾ, ਤਾਂ ਕਿ ਅਸੀਂ ਰੂਟਸ ਲੱਭੀਏ। ਉਹ ਏਸ਼ੀਅਨ ਹੇਟ ਜਿਹੜਾ ਇਸ ਵੇਲੇ ਬਹੁਤ ਚੱਲ ਰਿਹਾ ਉਹਦੇ ਬਾਰੇ ਵੀ ਕਰ ਰਿਹਾ। ਉਹਨੇ ਗੁਰੂ ਘਰ, ਮੰਦਰ, ਮਸਜਿਦਾਂ ਲਈ ਫੰਡ ਵੀ ਬਣਾਇਆ ਜਿਨ੍ਹਾਂ ਨੂੰ ਸੁਰੱਖਿਅਤ ਸੇਫ ਰੱਖਣ ਵਾਸਤੇ ਉਹ ਗ੍ਰਾਂਟ ਅਪਲਾਈ ਕਰ ਸਕਦੇ, ਉਹਦਾ 50% ਅਪ ਟੂ $1 ਲੱਖ ਦੇ ਸਕਦੇ। ਸੋ ਅਸੀਂ ਤਾਂ ਕਾਫੀ ਉੱਤੇ ਕਰ ਰਹੇ। ਬਾਕੀ ਜਿਹੜੀ ਆਈ ਥਿੰਕ ਮੋਸਟ ਪਾਵਰਫੁਲ ਜਿਹੜੀ ਇਮੇਜ ਆ ਕਿ ਉਹ ਕਹਿ ਦਿੰਦੇ ਪ੍ਰੂਫ ਇਜ਼ ਇਨ ਦਾ ਪੁਡਿੰਗ, ਕਿ ਸਾਡੀ ਜਿਹੜੀ ਲੀਡਰਸ਼ਿਪ ਆ ਉਹਦੇ ਵਿੱਚ ਤੁਹਾਨੂੰ ਸਾਰੀ ਡਾਇਵਰਸਿਟੀ ਦੱਸਦੀ ਆ। ਸਾਡੇ ਜੇ ਤੁਸੀਂ ਟੌਪ ਕੈਬਨਿਟ ਮਿਨਿਸਟਰ ਦੇਖੋ, ਪ੍ਰਾਈਮ ਮਿਨਿਸਟਰ ਤੋਂ ਬਾਅਦ ਸਾਡੇ ਹਰਜੀਤ ਸਿੰਘ ਸੱਜਣ ਆ, ਸਾਡੇ ਅਹਿਮਦ ਹੁਸੈਨ ਜੋ ਕਿ ਬਲੈਕ ਹੈਗੇ ਆ ਔਰ ਅਫਰੀਕਾ ਤੋਂ ਰੈਫਿਊਜੀ ਹੈਗੇ ਆ, ਮੈਰੀਅਨ ਮੌਨਸੈਫ ਜੋ ਅਫਗਾਨਿਸਤਾਨ ਤੋਂ ਹੈਗੇ ਆ ਰੈਫਿਊਜੀ ਔਰਤ ਆ, ਸਾਡੇ ਕੋਲ ਚਾਈਨੀਜ਼ ਮੂਲ ਦੇ ਵੀ MP ਆ, ਸਾਡੇ ਕੋਲ ਬਰਦੀਸ਼ ਚੱਗਰ ਜੋ ਕਿ ਫੀਮੇਲ ਪੰਜਾਬੀ ਇੱਧਰਲੇ ਬੋਰਨ ਹੈਗੇ ਆ ਮਿਨਿਸਟਰ ਹੈਗੇ ਆ ਸਾਡੇ ਕੋਲ। ਸੋ ਜੇ ਤੁਸੀਂ ਅਰੇ ਦੇਖੋ, ਸਾਡੇ ਕੋਲ ਸਾਰੇ LGBTQ ਕਮਿਊਨਿਟੀ ਦੇ ਵੀ ਹੈਗੇ, ਸਾਡੇ ਕੋਲ ਜੂਇਸ਼ ਵੀ ਹੈਗੇ ਆ, ਸਾਡੇ ਕੋਲ ਇਟਾਲੀਅਨ ਵੀ ਹੈਗੇ ਆ, ਡੈਬੀ ਸ਼ੋਲਸ, ਜੋ ਵੋਲਪੇ ਹੁਣੀ, ਇਹ ਡਿਫਰੈਂਟ ਕਮਿਊਨਿਟੀ ਤੋਂ ਆਉਂਦੇ। ਸੋ ਸਾਡੇ ਕੋਲ ਇੰਨੀ ਵੈਰਾਈਟੀ ਆ ਕਿ ਜਿੱਦਾਂ ਕੈਨੇਡਾ ਦੀ ਪਾਪੂਲੇਸ਼ਨ ਆ ਉੱਦਾਂ ਹੀ ਸਾਡੀ ਕੈਬਨਿਟ ਆ, ਜਿੱਦਾਂ ਦੀ ਕੈਨੇਡੀਅਨ ਪਾਪੂਲੇਸ਼ਨ ਦੀ ਪਰਸੈਂਟੇਜ ਆ ਉਸੇ ਤਰ੍ਹਾਂ ਸਾਡਾ MPਆਂ ਦਾ ਰੇਸ਼ੀਓ ਹੈਗਾ। ਸੋ ਇਹ ਹੋਰ ਕਿਸੇ ਪਾਰਟੀ ਦੇ ਵਿੱਚ ਹੈ ਨਹੀਂਗਾ। ਇਹ ਓਪਰਚੁਨਿਟੀਜ਼ ਵੀ, ਸੀਟਾਂ ਵੀ ਉਸੇ ਤਰ੍ਹਾਂ ਡਾਇਵਰਸਿਟੀ ਮੈਕਲੇਨਸ ਨੇ ਟਰੈਕ ਕੀਤਾ ਸੀਗਾ। ਓਨਲੀ ਪਾਰਟ ਅਸੀਂ ਜੇ ਥੋੜ੍ਹਾ ਜਿਹਾ ਵੀਕ ਹੈਗੇ ਆ, ਆਈ ਥਿੰਕ ਡਾਇਵਰਸ ਵੂਮਨ ਦੇ ਵਿੱਚ ਥੋੜ੍ਹਾ ਜਿਹਾ ਵੀਕ ਰਿਹਾ ਇਲੈਕਟਿਡ ਅਫੀਸ਼ੀਅਲਸ, ਉਮੀਦਵਾਰਾਂ 'ਚ ਨਹੀਂ, ਇਲੈਕਟਿਡ ਅਫੀਸ਼ੀਅਲਸ ਅਸੀਂ ਉੱਥੇ ਵੀ ਪੁਸ਼ ਕਰਦੇ। ਸਾਡੇ ਭਾਈਚਾਰੇ 'ਚ ਐਕਚੁਅਲੀ ਕਾਫੀ ਠੀਕ ਹੈ ਕਿਉਂਕਿ ਸਾਡੀਆਂ ਕਾਫੀ ਭੈਣਾਂ ਟੋਰਾਂਟੋ ਦੇ ਵਿੱਚ ਵੀ ਇਲੈਕਟਿਡ ਹੈਗੀਆਂ, ਪਰ ਓਵਰਆਲ ਇੱਥੇ ਅਸੀਂ ਇੰਪਰੂਵਮੈਂਟ ਕਰ ਸਕਦੇ। ਸੋ ਸਾਡਾ ਪ੍ਰਾਈਮ ਮਿਨਿਸਟਰ ਵੀ ਲੀਡਰ ਆਲਵੇਜ਼ ਉਹ ਦੇਖਦਾ ਰਹਿੰਦਾ ਵੀ ਮੈਂ ਕਿੱਥੋਂ ਇਹ ਇੰਪਰੂਵ ਕਰ ਸਕਾਂ। ਸੋ ਆਈ ਥਿੰਕ ਇਹ ਇਸ਼ੂ ਡੈਫੀਨਿਟਲੀ ਜਿੰਨਾ ਲਿਬਰਲ ਪਾਰਟੀ ਦੇ ਇਹ ਫੰਡਾਮੈਂਟਲਸ ਆ, ਅਸੀਂ ਜਦੋਂ ਈਵਨ ਸਾਈਨ ਕਰਦੇ ਹਾਂ ਮੈਂਬਰਸ਼ਿਪ ਉਮੀਦਵਾਰ ਬਣ ਲਈ, ਅਸੀਂ ਇੱਕ ਚੀਜ਼ ਤੇ ਵਾਅਦਾ ਕਰਦੇ ਹਾਂ ਜਿਹੜੀ ਕਿ ਅਸੀਂ ਕਦੇ ਵੀ ਵੋਟ ਉਹਦੇ ਉਲਟ ਨਹੀਂ ਪਾ ਸਕਦੇ ਜਿੱਥੇ ਚਾਰਟਰ ਦੀ ਗੱਲ ਆਉਂਦੀ, ਕਿਸੇ ਦੀ ਨਸਲ, ਕਿਸੇ ਦਾ ਬਿਲੀਫ ਸਿਸਟਮ, ਧਰਮ, ਕੈਸਟ, ਕਲਰ, ਕਰੀਡ, ਚੋਇਸ ਆਫ ਲਵ ਵਨ, ਇਹਦੇ ਉੱਤੇ ਅਸੀਂ ਕਦੇ ਟਿੱਪਣੀ ਨਹੀਂ ਕਰ ਸਕਦੇ। ਉਹ ਤੇ ਅਸੀਂ ਚਾਰਟਰ ਨਾਲ ਹੀ ਖੜਾਂਗੇ। ਇਹ ਮੇਰੇ ਕੋਲ ਹੋਰ ਕੋਈ ਪਾਰਟੀ ਨਹੀਂ ਕਰਦੀ। ਅਸੀਂ ਬੜੇ ਮਾਣ ਨਾਲ ਕਹਿੰਦੇ ਕਿ ਸਾਡੇ ਪਾਰਟੀ ਦੇ ਵਿੱਚ ਇਹ ਚੀਜ਼ ਇੱਕ ਫੰਡਾਮੈਂਟਲ, ਦੂਜੀਆਂ ਚੀਜ਼ਾਂ ਜਿੱਦਾਂ ਮਰਜ਼ੀ ਵੋਟ ਪਾਓ, ਇਹ ਚੀਜ਼ ਤੇ ਨਹੀਂ ਅਸੀਂ ਕਦੇ
ਸਾਈਡ ਲਾਈਨ ਹੋ ਸਕਦੇ। ਜਗਮੀਤ ਸਿੰਘ ਕਹਿੰਦੇ ਨੇ ਕਿ ਲਿਬਰਲ ਦੇ ਜਿਹੜੇ ਵਾਅਦੇ ਨੇ ਇਹ ਉਹੀ ਆ ਜਿਹੜੇ ਸ਼ੁਰੂ ਤੋਂ ਚੱਲਦੇ ਆ ਰਹੇ ਨੇ, ਪੁਰਾਣੀਆਂ ਚੀਜ਼ਾਂ ਪੂਰੀਆਂ ਨਹੀਂ ਹੋਣੀਆਂ। ਕਹਿੰਦੇ ਸਾਡੀ ਪਾਰਟੀ ਨੂੰ ਮੌਕਾ ਜਦੋਂ ਮਿਲੇਗਾ ਅਸੀਂ ਖੁਦ ਹੀ ਆਪਣੀ ਸਰਕਾਰ ਬਣਾਵਾਂਗੇ, ਤਾਂ ਉਹ ਕਹਿੰਦੇ ਨੇ ਕਿ ਇਹ ਸਾਰੇ ਵਾਅਦੇ ਪ੍ਰਾਇੋਰਟੀ ਦੇ ਉੱਤੇ ਰੱਖੇ ਜਾਣਗੇ ਔਰ ਅਸੀਂ ਉਹਨਾਂ ਨੂੰ ਕੰਪਲੀਟ ਵੀ ਕਰਾਂਗੇ। ਕਹਿੰਦੇ ਨਾ ਕੰਜ਼ਰਵੇਟਿਵ ਨੇ ਕੁਛ ਕੀਤਾ ਨਾ ਲਿਬਰਲ ਕਰਨਗੇ। ਹਾਲਾਂਕਿ ਕੰਜ਼ਰਵੇਟਿਵ ਵੈਰੀ ਨੋਟ ਟੂਲ ਬੇਸ਼ੱਕ ਫ੍ਰੈਂਚ ਭਾਸ਼ਾ ਦੇ ਵਿੱਚ ਪਹਿਲੀ ਵਾਰੀ ਡਿਬੇਟ ਕਰਦੇ ਨਜ਼ਰ ਆਏ। ਉਹਨਾਂ ਨੇ ਇਸ ਦੌਰਾਨ ਵੀ ਇਹੀ ਚੀਜ਼ਾਂ ਨੂੰ, ਇਹੀ ਗੱਲਾਂ ਨੂੰ ਦੁਹਰਾਇਆ ਵੀ ਜਿਹੜੇ NDP ਹੈ ਜਾਂ ਫਿਰ ਲਿਬਰਲ ਹੈ ਇਹਨਾਂ ਨੇ ਕੁਛ ਨਹੀਂ ਕਰਨਾ, ਸਾਡੀ ਪਾਰਟੀ ਦਾ ਜਿਹੜਾ ਪਲੇਟਫਾਰਮ ਹੈ ਉਹ ਸਾਰਿਆਂ ਤੋਂ ਬਿਹਤਰ ਹੈ। ਇਸ ਵੇਲੇ ਹਰ ਪਾਰਟੀ ਦਾ ਆਪਣਾ ਆਪਣਾ ਪਲੇਟਫਾਰਮ ਹੈ ਔਰ ਹਰ ਕੋਈ ਦਾਅਵੇ ਕਰ ਰਿਹਾ ਵੀ ਸਾਡਾ ਬਿਹਤਰ ਦੂਜੀ ਪਾਰਟੀ ਨਾਲੋਂ ਹੈ, ਪਰ ਲੋਕ ਅਜਿਹੇ ਦੇ ਵਿੱਚ ਰਣਦੀਪ ਜੀ ਕਿਵੇਂ ਯਕੀਨ ਕਰਨ? ਨੋ ਡਾਊਟ ਲੋਕਾਂ ਨੇ ਤੁਹਾਨੂੰ ਪਹਿਲਾਂ ਵੀ ਫਤਵਾ ਦਿੱਤਾ ਹੈ, ਹੁਣ ਵੀ ਜੋ ਫਤਵਾ ਦੇਣ ਦਾ ਸੋਚ ਰਹੇ ਨੇ, ਪਰ ਉਹਨਾਂ ਦਾ ਭਰੋਸਾ ਬਹੁਤ ਜ਼ਰੂਰੀ ਹੈ ਇਸ ਵੇਲੇ, ਕਿਉਂਕਿ ਸਾਰਿਆਂ ਦੇ ਪਲੇਟਫਾਰਮ ਕੰਟੀਨਿਊ, ਮਤਲਬ ਜੇ ਦੇਖਿਆ ਜਾਏ ਤਾਂ ਜਿਹੜਾ ਤੁਸੀਂ ਐਲਾਨ ਕਰ ਰਹੇ ਹੋ ਉਹਦੇ ਨਾਲ ਨਾਲ ਹੋਰ ਐਲਾਨ ਉਸੇ ਤਰ੍ਹਾਂ ਦੇ ਸਿਮਿਲਰ ਹੋ ਰਹੇ ਨੇ, ਥੋੜੇ ਉੱਪਰ ਨੀਚੇ ਹੋ ਕੇ। ਸੋ ਲੋਕ ਜਦੋਂ ਭਰੋਸਾ ਕਰਨਗੇ ਤਾਂ ਕਿਵੇਂ ਕਰ ਸਕਣ? ਸ਼ੋ ਦੇਖੋ, ਅਸੀਂ ਕਾਫੀ ਵੱਡੇ ਕਈ ਸੋਸ਼ਲ ਚੇਂਜਸ ਲਿਆਉਣ ਵਾਸਤੇ ਅਸੀਂ ਮੁੱਦੇ ਚੱਕੇ ਸੀਗੇ। ਸਭ ਤੋਂ ਵੱਡਾ ਜਿਹੜਾ ਕਿ ਕਈ ਵਾਰੀ ਅੰਡਰਰੇਟ ਹੋ ਜਾਂਦਾ, ਮੀਡੀਆ ਵੀ, ਲੋਕ ਵੀ ਕਈ ਵਾਰੀ ਟੇਕ ਫॉर ਗ੍ਰਾਂਟਡ ਕਰ ਲੈਂਦੇ, ਕੈਨੇਡਾ ਚਾਈਲਡ ਬੈਨੀਫਿਟ, ਇਹਨੂੰ ਟੈਕਸ ਫ੍ਰੀ ਬਣਾਉਣਾ, ਇਹਨੂੰ ਇੰਨਾ ਸਟਰੋਂਗ ਬਣਾਉਣਾ, ਇਹਦੀ ਇੰਨਾ ਸ਼ਿਫਟ ਹੋਇਆ ਲੋਕਾਂ ਦੇ ਵਿੱਚ ਕਿ 1.3 ਮਿਲੀਅਨ ਲੋਕ ਪਾਵਰਟੀ ਚੋਂ ਨਿਕਲ ਗਏ। ਇਹ ਕੋਈ ਨਹੀਂ ਕਿ ਪੁਰਾਣਾ ਨੰਬਰ ਦੇ ਉੱਤੇ ਹੋ ਗਿਆ, ਉਹ ਫਾਰਮੂਲਾ ਐਗਜ਼ੈਕਟਲੀ ਵੀ ਜੇ ਇੰਨੀ ਤੁਹਾਡੀ ਕਾਸਟ ਆਫ ਲਿਵਿੰਗ ਹੈ ਤੇ ਉਹਦੇ ਮੁਤਾਬਕ ਤੁਸੀਂ ਇੰਨੇ ਖਰਚ ਕਰ ਰਹੇ ਹੋ, ਉਹਦੇ ਮੁਤਾਬਕ ਉਹ ਗਰੀਬੀ ਦਾ ਇੰਡੈਕਸ ਹੁੰਦਾ। ਉਹ 1.3 ਮਿਲੀਅਨ ਤੋਂ 4.5 ਲੱਖ ਬੱਚੇ ਆ, ਰਾਈਟ, ਉਹਦੇ ਨਾਲ ਪਰਿਵਾਰ ਹੈ। ਮੈਂ ਆਪਣੀ ਰਾਈਡਿੰਗ ਹੀ, ਸਾਡੀ ਰਾਈਡਿੰਗ ਦੀ ਇੱਕ ਗਰੋਇੰਗ ਵਰਕਿੰਗ ਕਲਾਸ ਰਾਈਡਿੰਗ ਹੈਗੀ ਆ, ਇਹਦੇ ਵਿੱਚ ਹੀ ਇੰਨਾ ਚੇਂਜ ਹੋਇਆ ਕਿ ਤੁਸੀਂ ਦੇਖੋ ਕਿ ਜਿੱਥੇ ਸਾਡੇ ਆਲਮੋਸਟ ਐਵਰੀ ਐਲੀਮੈਂਟਰੀ ਸਕੂਲ ਦੇ ਵਿੱਚ, ਐਵਰੀ ਨਹੀਂ ਅੱਧਿਆਂ ਦੇ ਵਿੱਚ ਬ੍ਰੈਕਫਾਸਟ ਪ੍ਰੋਗਰਾਮ ਹੁੰਦੇ ਸੀ, ਜਿੱਥੇ ਲੋਕ ਬੱਚੇ ਭੁੱਖੇ ਆਉਂਦੇ ਸੀ ਸਕੂਲ ਨੂੰ, ਸਵੇਰ ਨੂੰ ਬ੍ਰੈਕਫਾਸਟ ਖਾ ਕੇ ਨਹੀਂ ਜਾਂਦੇ, ਜਾਂ ਜੇ ਆਉਂਦੇ ਸੀ ਉਹਨਾਂ ਕੋਲ ਦੁੱਧ ਨਹੀਂ ਸੀ ਸੀਰੀਅਲ ਪਾਉਣ ਨੂੰ, ਪਾਣੀ ਪਾ ਕੇ ਖਾਂਦੇ ਸੀ। ਉਹਨੇ ਫਿਰ ਬੜਾ ਡਿਸਕਰੀਟਲੀ ਸਕੂਲ ਸੈਪਰੇਟ ਬ੍ਰੈਕਫਾਸਟ ਪ੍ਰੋਗਰਾਮ ਪਾਏ ਸੀ ਵੀ ਜਿਹੜੇ ਉਹ ਬੱਚੇ ਪਿੱਛੋਂ ਦੀ ਆ ਜਾਣ, ਉੱਥੇ ਖਾਣ, ਤੇ ਫਿਰ ਜਦੋਂ ਕਲਾਸ ਜਾਣਗੇ ਉਹ ਐਟਲੀਸਟ ਰੱਜੇ ਹੋਣਗੇ, ਉਹਨਾਂ ਦਾ ਉਹ ਮੀਲ ਹੋਊਗਾ ਨਾ। ਸੋ ਉਹ ਇਹ ਚੇਂਜ ਦੇ ਨਾਲ ਈਵਨ ਮੈਂ ਆਪਣੀ ਅੱਖੀਂ ਦੇਖਿਆ ਕਿ ਆਲਮੋਸਟ ਸਾਰੇ ਬ੍ਰੈਕਫਾਸਟ ਪ੍ਰੋਗਰਾਮ ਰਾਈਡਿੰਗ ਦੇ ਵਿੱਚ ਖਤਮ ਹੋ ਗਿਆ, ਕਿਉਂਕਿ ਲੋਕ ਉਹਦੇ ਨਾਲ ਉਹਨਾਂ ਨੂੰ ਐਕਸਟਰਾ ਸਪੋਰਟ ਮਿਲ ਗਈ। ਉਹ ਖਾਸ ਕਰਕੇ ਯੰਗਰ ਏਜ ਉਹਨਾਂ ਦੇ ਢਿੱਡ ਭਰਨ ਲੱਗ ਪਏ, ਉਹ ਸੌਕਰ ਪ੍ਰੈਕਟਿਸ ਕਰਨ ਲੱਗ ਪਏ, ਉਹਨਾਂ ਕੋਲ ਇਨਫ ਪੈਸੇ ਹੋ ਗਏ ਕਿ ਉਹ ਵੀ ਰਜਿਸਟਰ ਕਰ ਸਕਦੇ। ਇਹ ਸੋਸ਼ਲ ਚੇਂਜ ਨਾਲ 25% ਪਾਵਰਟੀ ਕੈਨੇਡਾ ਦੀ ਘਟ ਗਈ ਇੱਕ ਚੀਜ਼ ਦੇ ਨਾਲ। ਔਰ ਇਸ ਨੂੰ ਤਦੇ ਅਸੀਂ ਇਸ ਇਦਾਂ ਦੀਆਂ ਚੀਜ਼ਾਂ ਨੂੰ ਅਸੀਂ ਮਜ਼ਬੂਤ ਕਰਦੇ, ਉਹਦੇ ਨਾਲ ਇੱਕ ਹੋਰ ਵੀ ਹੋ ਗਿਆ, ਸਾਡਾ ਅੱਗੇ ਬਰਥ ਰੇਟ ਲੋਅਰ ਸੀਗਾ। ਅਸੀਂ ਆਸ ਕਰਦੇ ਜਦੋਂ ਲੋਕਾਂ ਨੂੰ ਪਤਾ ਕਿ ਸਰਕਾਰ ਥੋੜ੍ਹਾ ਜਿਹਾ ਇਹ ਦਿਨਾਂ ਦੇ ਵਿੱਚ ਤੁਹਾਨੂੰ ਸਪੋਰਟ ਕਰਦੀ, ਨੈਚੁਰਲ ਬਰਥ ਰੇਟ ਵੀ ਸੀ, ਇਮੀਗ੍ਰੇਸ਼ਨ ਦੇ ਨਾਲ ਇਕੱਲੇ ਰਿਲਾਇੰਟ ਲਵਾਂਗੇ, ਉਹ ਵੀ ਸਪੋਰਟ ਹੋਊਗੀ। ਸੋ ਅਸੀਂ ਜਿਹੜੇ ਸੋਸ਼ਲ ਚਾਈਲਡ ਕੇਅਰ ਆ, ਬਿਗੇਸਟ ਚੀਜ਼ ਆ, ਬੜੀ ਔਖੀ ਆ, ਬਹੁਤ ਐਕਸਪੈਂਸਿਵ ਆ, ਪਰ ਬਹੁਤ ਕੈਲਕੂਲੇਟਡ ਚੀਜ਼ ਹੈਗੀ ਆ, $10 ਅ ਡੇ। ਇਹਨੂੰ ਕਈ ਸਰਕਾਰਾਂ ਡਿਮਾਂਡ NDP ਚਿਰਾਂ ਦੀ ਕਰਦੀ ਹੈ, ਇਹਨਾਂ ਨੂੰ ਕਦੇ ਇਲੈਕਟ ਨਹੀਂ ਕੀਤਾ ਗਿਆ, ਨਾ ਲਿਆਂਦੀ। ਅਸੀਂ ਉਹ ਲਿਆ ਵੀ ਦਿੱਤੀ, ਉਹਦੇ ਐਗਰੀਮੈਂਟ ਵੀ ਕਰ ਦਿੱਤੇ, 3 ਸੂਬਿਆਂ ਨਾਲ ਆਲਰੇਡੀ ਹੋ ਗਿਆ। BC ਦੇ ਵਿੱਚ ਆਲਰੇਡੀ ਅਗਲੇ ਸਾਲ ਅੱਧ ਹੋ ਜਾਣਾ ਰੇਟ ਇਹਦਾ, ਤੁਹਾਡਾ ਚਾਈਲਡ ਕੇਅਰ ਦਾ, ਉਹ ਤੋਂ ਐਵਰੀ ਈਅਰ $100 ਮਹੀਨੇ ਦਾ ਘਟੀ ਜਾਣਾ। ਇਵੈਂਚੁਅਲੀ ਤੁਹਾਡਾ 5ਵੇਂ ਸਾਲ ਤੁਹਾਨੂੰ ਸਿਰਫ $250 ਮਹੀਨੇ ਦਾ ਚਾਈਲਡ ਕੇਅਰ ਦਾ। ਇਹਨਾਂ ਕਿੰਨੀ ਦੇਖੋ ਸੋਸ਼ਲ ਚੇਂਜ ਹੋ ਜਾਣੀ ਹੈ ਕਿ 3.5 ਲੱਖ ਔਰਤਾਂ ਨੂੰ ਕੰਮ ਕਰਨ ਦੀ ਐਬਿਲਿਟੀ ਮਿਲ ਜਾਣੀ ਉਸ ਸਾਲਾਂ 'ਚ। ਉਹਨਾਂ ਦਾ 2-2000 ਜੇ ਐਵਰੇਜ 2 ਬੱਚੇ ਵੀ ਹੋਏ, ਉਹਨਾਂ ਦਾ 2-2000 ਮਹੀਨੇ ਦੀ ਬਚਤ ਹੋ ਜਾਣੀ ਆ। ਸੋ ਇਹ ਚੀਜ਼ਾਂ ਅਸੀਂ ਪ੍ਰੂਵਨ ਚੀਜ਼ਾਂ ਨੂੰ, ਪਾਈ ਇਨ ਦ ਸਕਾਈ ਨਹੀਂ, ਪ੍ਰੂਵਨ ਚੀਜ਼ਾਂ ਨੂੰ ਮੂਵ ਫੋਰਵਰਡ ਉਹਨਾਂ ਨਾਲ ਕਰ ਰਿਹਾ, ਜਿਨ੍ਹਾਂ ਨਾਲ ਰੀਅਲ ਸੋਸ਼ਲ ਚੇਂਜ, ਰੀਅਲ ਤੁਹਾਡੀ ਵੈਲਥ, ਤੁਹਾਨੂੰ ਮਿਡਲ ਕਲਾਸ ਜੁਆਇਨ ਕਰਨ ਦੀ ਐਬਿਲਿਟੀ ਮਿਲੇ। ਜੀ ਰਣਦੀਪ ਜੀ, ਇਸ ਵੇਲੇ ਤੁਸੀਂ ਦੇਖਿਆ ਹੋਣਾ ਓਵਰਆਲ ਔਰ ਸਪੈਸ਼ਲੀ ਵੈਨਕੂਵਰ ਦੇ ਵਿੱਚ ਵੀ ਵੈਕਸੀਨੇਸ਼ਨ ਪਾਸਪੋਰਟ ਨੂੰ ਲੈ ਕੇ ਬੜਾ ਜ਼ਿਆਦਾ ਵਿਰੋਧ ਹੋ ਰਿਹਾ। ਵਿਰੋਧ ਪਹਿਲਾਂ ਹਾਲਾਂਕਿ ਲੱਗ ਰਿਹਾ ਸੀ ਕਿ ਸ਼ਾਇਦ ਇੱਕ ਦਿਨ ਦਾ ਹੋਏਗਾ, ਪ੍ਰੋਟੈਸਟ ਖਤਮ ਹੋ ਜਾਏਗਾ, ਪਰ ਹੁਣ ਇਹ ਲਗਾਤਾਰ ਹੋ ਰਹੇ ਨੇ। ਔਰ ਨਾ ਸਿਰਫ ਵੈਨਕੂਵਰ ਦੇ ਵਿੱਚ, ਕੈਨੇਡਾ 'ਚ ਕਈ ਥਾਵਾਂ ਦੇ ਉੱਤੇ ਇਹ ਜਿਹੜੇ ਪ੍ਰਦਰਸ਼ਨ ਸ਼ੁਰੂ ਹੋ ਚੁੱਕੇ ਨੇ। ਇੰਨੇ ਜ਼ਿਆਦਾ ਇਹ ਪ੍ਰਦਰਸ਼ਨ ਉਗਰ ਹੁੰਦੇ ਜਾ ਰਹੇ ਨੇ ਕਿ ਜਿਹੜੇ ਉੱਥੇ ਲੋਕ ਨੇ, ਸਪੈਸ਼ਲੀ ਹਸਪੀਟਲ ਕਰਮਚਾਰੀ, ਉਹ ਪਰੇਸ਼ਾਨ ਹੋ ਰਹੇ ਨੇ, ਮਰੀਜ਼ ਪਰੇਸ਼ਾਨ ਹੋ ਰਹੇ ਨੇ। ਅੱਜ ਦੀ ਰਿਪੋਰਟ ਦੇ ਮੁਤਾਬਕ ਬਹੁਤ ਸਾਰੇ ਕੁਝ ਇੱਦਾਂ ਦੇ ਮਰੀਜ਼ ਸੀਗੇ ਜਿਹੜੇ ਕੈਂਸਰ ਦੇ ਮਰੀਜ਼ ਸੀ, ਕੀਮੋ ਲਈ ਉਹਨਾਂ ਨੇ ਜਾਣਾ ਸੀਗਾ ਔਰ ਇਸ ਭੀੜ ਦੇ ਕਰਕੇ ਉਹ ਕਾਫੀ ਜ਼ਿਆਦਾ ਲੇਟ ਹੋ ਗਏ। ਸੋ ਇਹਨਾਂ ਪ੍ਰੋਟੈਸਟ ਨੂੰ ਦੇਖ ਕੇ ਕੀ ਲੱਗਦਾ, ਲੋਕ ਵੈਕਸੀਨ ਪਾਸਪੋਰਟ ਤੋਂ ਇੰਨਾ ਡਰ ਕਿਉਂ ਰਹੇ ਨੇ? ਕੀ ਹੋ ਜਾਏਗਾ ਇਹਦੇ ਨਾਲ? ਸੋ ਇਹ ਪ੍ਰੋਟੈਸਟ ਵੀ ਜਿਹੜੇ ਰੁਕਵਾਉਣੇ ਜ਼ਰੂਰੀ ਹੈ, ਲੋਕਾਂ ਦਾ ਮਾਈਂਡ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ। ਸੋ ਇਸ ਚੀਜ਼ ਦਾ ਮੈਨੂੰ ਜਵਾਬ ਦਿਓ। ਔਰ ਉਸ ਤੋਂ ਪਹਿਲਾਂ ਇੱਕ ਕਾਲ ਅਟੈਂਡ ਕਰ ਲੈਂਦੇ ਹਾਂ ਜੀ। ਕਾਲੋ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਕੀ ਮੈਂ ਪੁੱਤ ਇਹ ਪੁੱਛਣਾ ਸੀ ਵੀ ਸਿੱਧੀਆਂ ਫਲਾਈਟਾਂ ਕਦੋਂ ਚੱਲਣਗੀਆਂ?
ਬਿਲਕੁਲ ਜੀ, ਠੀਕ ਹੈ ਜੀ, ਕਰਦੇ ਹਾਂ ਇਸ ਤੇ ਗੱਲ। ਥੈਂਕ ਯੂ ਕਾਲੋ ਜੀ। ਹਾਂਜੀ ਹਾਂਜੀ, ਇਸ ਤੇ ਗੱਲ ਕਰਦੇ ਹਾਂ ਜੀ। ਆਪਾਂ ਰਣਦੀਪ ਸਨਾਈ ਜੀ ਨੂੰ ਪੁੱਛਦੇ ਹਾਂ। ਓਕੇ 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 ਜੀ ਰਣਦੀਪ ਜੀ, ਇਸ ਤੋਂ ਬਾਅਦ ਮੈਂ ਇਮੀਗ੍ਰੇਸ਼ਨ ਦੇ ਇਹਨਾਂ ਮੁੱਦਿਆਂ ਤੇ ਆਣਾ ਸੀਗਾ, ਪਰ ਮੈਂ ਚਾਹਾਂਗੀ ਪਹਿਲਾਂ ਜਿਹੜਾ ਮੈਂ ਸਵਾਲ ਪੁੱਛਿਆ ਉਹਦਾ ਜਵਾਬ ਦਿਓ, ਦੈਨ ਆਪਾਂ ਇਹਨਾਂ ਦੀ ਗੱਲ ਦੇਖੋ ਕਰਾਂਗੇ। ਉਹ ਜਿਹੜੇ ਵਿਅਕਤੀ, ਇਹ ਪਹਿਲੀ ਗੱਲ ਤਾਂ ਕਾਫੀ ਜ਼ਾਹਰ ਹੋਇਆ ਕਿ ਇਹ ਜਿਹੜੇ ਪ੍ਰੋਟੈਸਟ ਰਹੇ ਇਹ ਕੰਜ਼ਰਵੇਟਿਵ ਪਾਰਟੀ ਦੇ ਕਈ ਵਾਲੰਟੀਅਰ ਨਿਕਲ ਰਹੇ ਆ, ਇਹ ਆਰਗੇਨਾਈਜ਼ਡ ਆ, ਉਹ ਕੋਈ ਸੰਸਥਾ ਇਹਨਾਂ ਨੂੰ ਆਰਗੇਨਾਈਜ਼ ਕਰਕੇ ਕਰਦੀ ਆ, ਉਹਨਾਂ ਨੂੰ ਦੱਸਦੀ ਕਿੱਥੇ ਫੋਲੋ ਕਰਨਾ, ਔਰ ਇਹ ਇੰਨੇ ਲੋਕਾਂ ਨੂੰ ਐਟ ਰਿਸਕ ਕਰ ਰਿਹਾ ਕਿਉਂਕਿ ਜੇ ਉਹ ਆਪ ਨਹੀਂ ਵੈਕਸੀਨ ਲਾ ਰਿਹਾ, ਜੇ ਉਹਨਾਂ 'ਚ ਇੱਕ ਵੀ ਸੁਪਰ ਸਪਰੈਡਰ ਆ ਰਿਹਾ, ਜਿੱਥੇ ਜਿੱਥੇ ਜਾਂਦੇ ਉਹ ਸਾਰਿਆਂ ਨੂੰ ਫੈਲਾ ਰਿਹਾ, ਜੇ ਹਸਪੀਟਲਾਂ ਦੇ ਮੂਹਰੇ ਕਰ ਰਿਹਾ ਉਹ ਹਸਪੀਟਲਾਂ ਨੂੰ ਜੈਪਰਡਾਈਜ਼ ਕਰ ਰਿਹਾ। ਔਰ ਇਹਦਾ ਵੀ ਅਗੇਨ ਮੈਂ ਫੈਕਟ ਦੱਸਦਾ ਕਿ ਜਿੰਨੇ ਹਸਪੀਟਲ ਦੇ ਵਿੱਚ ਇਸ ਵੇਲੇ ਜਿਹੜੇ ਕੇਸ ਹੋ ਰਹੇ ਆ ਉਹ 95% ਸਾਰੇ ਜਿਹੜੇ ਅਨਵੈਕਸੀਨੇਟਡ ਲੋਕਾਂ ਦੇ ਕੇਸ ਹੋ ਰਹੇ, ਜਿੰਨੇ ਵੀ ICU 'ਚ ਬੈਠੇ ਆ ਉਹ ਆਈ ਥਿੰਕ 98% ਅਨਵੈਕਸੀਨੇਟਡ ਜਿਹੜੇ ਬਹੁਤ ਸੀਰੀਅਸਲੀ ਹੁਣ ਬਿਮਾਰ ਆ। ਔਰ ਜਦੋਂ ਉਹ ਇਹ ਕਰਦੇ ਆ, ਚਲੋ ਕਈ ਲੋਕ ਕਹਿਣਗੇ ਜੇ ਇਹ ਨਹੀਂ ਵੈਕਸੀਨੇਟ ਕਰਦੇ ਤਾਂ ਇਹਨਾਂ ਦਾ ਹੋਊਗਾ, ਪਰ ਉਹ ਅਸੀਂ ਵੀ ਵੈਕਸੀਨੇਟਡ ਜਿਹੜੇ ਸਾਨੂੰ ਲੱਗ ਸਕਦਾ, ਪਰ ਸਾਨੂੰ ਸਿੰਪਟਮ ਨਹੀਂ ਬਾਹਲੇ ਹੁੰਦੇ, ਸੋ ਅਸੀਂ ਐਕਸੀਡੈਂਟਲੀ ਸਾਡੇ ਬੱਚੇ ਜਿਹੜੇ 12 ਸਾਲ ਤੋਂ ਥੱਲੇ ਉਹਨਾਂ ਨੂੰ ਦੇ ਸਕਦੇ, ਸੋ ਉਹ ਇਹ ਰਿਸਕ ਲੋਕਾਂ ਦੇ 12 ਸਾਲ ਦੇ ਥੱਲੋਂ ਬੱਚਿਆਂ ਨੂੰ ਰਿਸਕ ਪਾ ਰਿਹਾ। ਔਰ ਇਹ ਜਿਹੜੀ ਕੰਜ਼ਰਵੇਟਿਵ ਪਾਰਟੀ ਹੈ ਤੇ ਡਬਲ ਟੰਗ ਨਾਲ ਬੋਲ ਰਹੀ ਹੈ, ਤਦੇ ਕਹਿ ਨਹੀਂ ਰਹੀ ਕਿ ਮੇਰੇ ਸਾਰੇ ਕੈਂਡੀਡੇਟ ਵੈਕਸੀਨੇਟ ਹੈਗੇ ਜਾਂ ਨਹੀਂ, ਤੇ ਜਿਹੜੇ ਵੈਕਸੀਨੇਟਡ ਆ ਉਹਨਾਂ ਦੀਆਂ ਵੀ ਵੋਟਾਂ ਲੈਣਾ ਮੰਗਦੇ, ਤੇ ਜਿਹੜੇ ਨਹੀਂ ਵੈਕਸੀਨੇਟਡ ਤਾਂ ਜਿਹੜੇ ਆ ਪ੍ਰੋਟੈਸਟ ਕਰਦੇ ਲੋਕਾਂ ਦੀਆਂ ਲਾਈਫਾਂ ਰਿਸਕ ਤੇ ਕਰਦੇ ਉਹਨਾਂ ਦੀਆਂ ਵੀ ਵੋਟਾਂ ਟਰਾਈ ਕਰਦੇ ਲੈਣ। ਇਹ ਬਹੁਤ ਗਲਤ ਆ, ਉਹਨਾਂ ਨੂੰ ਜਾਂ ਤਾਂ ਸਪਸ਼ਟ ਕਰ ਦੇਣਾ ਚਾਹੀਦਾ ਕਿ ਮੈਂ ਨਹੀਂ ਵੈਕਸੀਨੇਸ਼ਨ ਦੇ ਹੱਕ ਦੇ ਵਿੱਚ ਹੈਗਾ, ਜਾਂ ਕਹਿਣ ਕਿ ਡਟ ਕੇ ਕਿ ਇਹ ਵੈਕਸੀਨੇਸ਼ਨ ਸਾਰਿਆਂ ਨੂੰ ਕਰਾਉਣੀ ਚਾਹੀਦੀ। ਸਾਡੇ ਪਾਰਟੀ ਦੇ ਵਿੱਚ ਵੀ ਮੈਂਡੇਟ ਲੀਡਰਸ਼ਿਪ ਕਮਸ ਫਰਮ ਦਾ ਟਾਪ, ਜੇ ਉਹਨਾਂ ਦੇ MP ਦੇ ਕੈਂਡੀਡੇਟ ਆਪ ਨਹੀਂ ਉਹ ਵਾਅਦਾ ਕਰਦੇ ਤਾਂ ਤੁਸੀਂ ਬਾਕੀਆਂ ਤੇ ਕੀ ਆਸ ਰੱਖ ਸਕਦੇ ਜੀ। ਬਿਲਕੁਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੇਟਾ। ਸ਼ਹਿਰੀ ਸਤਿ ਸ਼੍ਰੀ ਅਕਾਲ ਜੀ ਸਰ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ ਤੁਹਾਡਾ? ਹਾਂ ਬੇਟਾ, ਇਹਨਾਂ ਨੂੰ ਪੁੱਛੋ ਆਪਣੇ ਰਣਦੀਪ ਉਹਨਾਂ ਨੂੰ ਵੀ ਇਹ ਥਰਡ ਵੈਕਸੀਨ ਡੋਜ਼ ਚਾਲੂ ਹੋ ਗਈ ਜਾਂ ਨਹੀਂ, ਜੇ ਨਹੀਂ ਹੋਈ ਤਾਂ ਕਦੋਂ ਕਰ ਰਹੇ ਆ ਇਹ? ਠੀਕ ਹੈ ਜੀ, ਓਕੇ ਜੀ, ਥੈਂਕ ਯੂ। ਕਿਉਂਕਿ ਅਸੀਂ ਅਬਰਾਡ ਜਾਣਾ ਹੈ, ਇਸ ਕਰਕੇ ਮੈਂ ਕਹਿੰਦਾ ਵੀ ਕੋਈ ਜ਼ਰੂਰੀ ਹੈ ਤਾਂ ਫਿਰ ਅਸੀਂ ਲਵਾਈਏ ਜੇ ਚਾਲੂ ਹੈ ਤਾਂ। ਅੱਛਾ ਜੀ, ਠੀਕ ਹੈ ਜੀ, ਆਪਾਂ ਕਰਦੇ ਹਾਂ ਇਸ ਤੇ ਗੱਲ। ਥੈਂਕ ਯੂ ਜੀ। ਜੀ ਓਕੇ, ਥੈਂਕ ਯੂ ਜੀ। ਰਣਦੀਪ ਜੀ, ਹੁਣ ਆਪਣੇ ਦੋਨੋਂ ਕਾਲਰਸ ਦੇ ਜਿਹੜੇ ਸਵਾਲਾਂ ਦੇ ਜਵਾਬ ਆ ਮੈਂ ਲਾਸਟ ਦਾ ਕਿਉਂਕਿ ਰਲਦਾ ਉਹਦੇ ਨਾਲ, ਜਿਹੜਾ ਬੂਸਟਰ ਸ਼ਾਟ ਦਾ ਹਜੇ ਡਾਕਟਰਾਂ ਨੇ ਹੈਲਥ ਅਥਾਰਟੀ ਨੇ ਐਗਜ਼ੈਕਟਲੀ ਦੱਸਿਆ ਨਹੀਂ ਹੈਗਾ, ਸੋ ਮੈਂ ਉਹਨਾਂ ਨੂੰ ਕਹਿਣਾ ਕਿ ਹਜੇ ਉਹ ਜੇ ਉਹਨਾਂ ਦੇ 2 ਲੱਗੇ ਉਹ ਸੈਟੀਸਫਾਈਡ ਆ। ਉਹਨਾਂ ਨੂੰ ਜਦੋਂ ਹੈਲਥ ਅਥਾਰਟੀ, ਕਿਉਂਕਿ ਨਵੀਂ ਬਿਮਾਰੀ ਆ, ਨਵਾਂ ਹੀ ਇਹਦਾ ਇਲਾਜ ਆ, ਨਵੀਆਂ ਹੀ ਵੈਕਸੀਨਸ ਆ, ਉਹ ਟੈਸਟ ਕਰਕੇ ਰਿਸਰਚ ਕਰਕੇ ਉਹ ਫੈਸਲੇ ਕਰ ਰਿਹਾ। ਉਹ ਨਹੀਂ ਹੁਣ ਦੇਖਣਾ ਕਿ ਜਿਨ੍ਹਾਂ ਦੇ 2 ਲੱਗੇ ਆ ਕੀ ਉਹਨਾਂ ਦੀ ਇਮਿਊਨਿਟੀ ਲੈਵਲ ਡ੍ਰੌਪ ਹੁੰਦੀ ਆ, ਜਿੱਦਾਂ ਹਸਪੀਟਲ ਕੇਸਿਸ ਆ, ਜੇ ਨਹੀਂ ਡ੍ਰੌਪ ਹੁੰਦੀ ਉਹ ਨਹੀਂ ਕਹਿਣਾ ਵੀ ਨਹੀਂ ਲੋੜ ਬੂਸਟਰ ਸ਼ਾਟ ਦੀ, ਜੇ ਉਹਨੇ ਦੇਖਿਆ ਵੀ 6 ਮਹੀਨੇ ਬਾਅਦ ਤੁਹਾਡਾ ਇਮਿਊਨਿਟੀ ਡ੍ਰੌਪ ਹੁੰਦੀ ਜਾਂ 4, ਫਿਰ ਉਹ ਕਹਿਣਗੇ। ਸੋ ਉਹ ਆਪਣੇ ਹੈਲਥ ਅਥਾਰਟੀ ਨੂੰ ਵਾਚ ਕਰਨ, ਉਹਨਾਂ ਦੇ ਵੈਬਸਾਈਟ ਨੂੰ ਦੇਖਣ, ਉਹ ਜਦੋਂ ਐਲਾਨ ਹੋਊਗਾ ਅਸੀਂ ਵੀ ਸ਼ੇਅਰ ਕਰਾਂਗੇ, ਉਦੋਂ ਉਹਨਾਂ ਨੂੰ ਪਤਾ ਲੱਗ ਜੂਗਾ। ਜਿੱਥੇ ਫਲਾਈਟਾਂ ਦੀ ਗੱਲ ਆਉਂਦੀ ਆ, ਰਾਈਟ ਨਾਓ ਸੈਪਟੈਂਬਰ 22 ਤੱਕ ਫਲਾਈਟਾਂ ਨਹੀਂ ਇੰਡੀਆ ਤੋਂ ਆ ਰਹੀਆਂ, ਜਿਹੜੀਆਂ ਹੋਰ ਇੰਟਰਨੈਸ਼ਨਲ ਫਲਾਈਟਾਂ ਉਹ 2 ਦਿਨਾਂ 7 ਸੈਪਟੈਂਬਰ 7 ਤੱਕ ਖੁੱਲ ਜਾਣੀਆਂ। ਜੇ ਹੋਪਫੁਲੀ ਰੂਟ ਸ਼ਾਇਦ ਜਿਹੜੇ ਅਲਾਓ ਕਰਨ ਇੰਡੀਆ ਦੀਆਂ ਫਲਾਈਟਾਂ ਨੂੰ ਉਹਨਾਂ ਦੇ ਥਰੂ, ਤੇ ਉੱਥੇ ਤੁਸੀਂ ਟੈਸਟ ਕਰ ਸਕਦੇ, ਤੇ ਜਿਹੜੇ ਖਾਸ ਕਰਕੇ ਇੰਡੀਆ ਤੋਂ ਯਾਤਰੂ ਆ ਜਾਂ ਜਿਹੜੇ ਸਾਡੇ ਆਪ ਦੇ PR ਦੇ ਸਿਟੀਜ਼ਨ, ਉਹ ਉਹਨਾਂ ਰੂਟਾਂ ਰਾਹੀਂ ਆ ਸਕਣਗੇ। ਪਰ ਅਗੇਨ ਜਿੰਨਾ ਚਿਰ ਰਿਲਾਇੰਸ ਹੀ ਔਨ ਜਿਹੜੀ ਟੈਸਟਿੰਗ ਫੈਸਿਲਿਟੀ ਇੰਡੀਆ ਪਲੱਸ ਕੋਵਿਡ ਦਾ ਕੰਟਰੋਲ ਨਹੀਂ ਹੋਰ ਵਧੀਆ ਹੁੰਦਾ, ਉਹਨਾਂ ਚਿਰ ਤੱਕ ਇਹ ਮੁਸ਼ਕਿਲ ਹੈ ਕਿ ਡਾਇਰੈਕਟ ਫਲਾਈਟਾਂ ਹੋਣੀਆਂ। ਪਰ ਅਸੀਂ ਅਗੇਨ ਆਸ ਰੱਖਦੇ ਕਿ ਜੇ ਇੰਡੀਆ ਜਿਵੇਂ ਟਰੈਕ ਤੇ ਚੱਲ ਰਿਹਾ ਕੰਟਰੋਲ ਕਰਨ ਨੂੰ, ਸੈਪਟੈਂਬਰ 21-22 ਤੱਕ ਅਸੀਂ ਫਲਾਈਟਾਂ ਖੋਲ ਸਕਾਂਗੇ। ਜੀ ਰਣਦੀਪ ਜੀ, ਰੂਟ ਦੀ ਤੁਸੀਂ ਇੱਥੇ ਗੱਲ ਕੀਤੀ ਹੈ, ਰੂਟ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਨੇ, ਕਿਉਂਕਿ ਕਈ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਇਦਾਂ ਦੀਆਂ ਪੈ ਰਹੀਆਂ ਨੇ ਜਿਹਦੇ ਵਿੱਚ ਕਈ ਜਿਹੜੇ ਯਾਤਰੀ ਨੇ, ਜਿਨ੍ਹਾਂ ਵਿੱਚ ਸਪੈਸ਼ਲੀ ਜ਼ਿਆਦਾਤਰ ਸਟੂਡੈਂਟਸ ਨੇ, ਉਹ ਸਾਰੇ ਵਾਇਆ ਮੈਕਸੀਕੋ ਆ ਰਹੇ ਨੇ, ਜਿਹਦੇ 'ਚੋਂ ਬਹੁਤ ਜ਼ਿਆਦਾ ਖੱਜਲ ਹੋ ਰਹੇ ਨੇ, ਉੱਥੇ ਉਹ ਅਟਕੇ ਪਏ ਨੇ, ਫਲਾਈਟ ਨਹੀਂ ਚੜ੍ਹ ਪਾ ਰਹੇ। ਕਈ ਲੋਕ ਇਦਾਂ ਦੇ ਨੇ ਜਿਹੜੇ ਸੀਨੀਅਰ ਸਿਟੀਜ਼ਨ ਜਿਨ੍ਹਾਂ ਦੇ ਵਿੱਚ ਵੀ ਸ਼ਾਮਿਲ ਨੇ, ਉਹ ਕਹਿੰਦੇ ਅਸੀਂ ਮੈਕਸੀਕੋ ਤੋਂ ਆਉਂਦੇ ਹੋਏ ਡਰ ਰਹੇ ਹਾਂ, ਸਾਨੂੰ ਇਦਾਂ ਲੱਗਦਾ ਵੀ ਇੱਕ ਖੌਫ ਜਾਂਦਾ, ਬਾਹਰ ਨਿਕਲਣ ਤੋਂ ਵੀ ਸਾਨੂੰ ਡਰ ਲੱਗਦਾ ਪਿਆ। ਸੋ ਇਹ ਵਾਇਆ ਮੈਕਸੀਕੋ ਆਉਣਾ ਲੋਕਾਂ ਲਈ ਸੇਫ ਵੀ ਨਹੀਂ ਹੈ, ਔਰ ਲੋਕ ਕਿਤੇ ਨਾ ਕਿਤੇ ਡਰ ਵੀ ਇਸ ਚੀਜ਼ ਦਾ ਰੱਖ ਰਹੇ ਨੇ। ਸਟੂਡੈਂਟ ਉੱਥੇ ਅਟਕੇ ਹੋਏ ਨੇ, ਕਈ ਹੋਰ ਯਾਤਰੀ ਅਟਕੇ ਹੋਏ ਨੇ। ਇੱਕ ਉਹ 2.5 ਲੱਖ ਦੀ, ਰਣਦੀਪ ਜੀ 3-3 ਲੱਖ ਦੀ ਟਿਕਟ ਲੈ ਕੇ ਉਹ ਲੋਕ ਟਰੈਵਲ ਕਰ ਰਹੇ ਨੇ ਇਸ ਵੇਲੇ। ਸੋ ਇਸ ਖੱਜਲ ਖੁਆਰੀ ਤੋਂ ਬਚਾਅ ਲਈ ਕੋਸ਼ਿਸ਼ ਉਹਨਾਂ ਦਾ ਹੱਲ ਹੋਣਾ ਚਾਹੀਦਾ। ਇਹ ਕਾਲਰ ਵੀ ਨਾਲ ਜੁੜ ਰਹੇ ਨੇ, ਉਹਨਾਂ ਦਾ ਵੀ ਮੈਂ ਕਾਲ ਪਿਕ ਕਰਦੀ ਹਾਂ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਲਾਈਨ ਤੇ ਜਾਣਾ ਜੀ ਸਰ, ਬਿਲਕੁਲ ਤੁਸੀਂ ਲਾਈਵ ਤੇ ਹੋ ਜੀ, ਪੁੱਛੋ ਕੀ ਸਵਾਲ ਕਰਨਾ ਚਾਹੁੰਦੇ ਹੋ? ਹਾਂਜੀ, ਮੇਰਾ ਸਵਾਲ ਇਹ ਸੀਗਾ ਜੀ, ਇੱਕ ਤਾਂ ਜਿਹੜੀਆਂ ਫਲਾਈਟਾਂ ਆ ਰਹੀਆਂ ਇੰਡੀਆ ਦੇ ਵਿੱਚ
ਪੇਰੈਂਟਸ ਫਸੇ ਵੇ ਕਾਫੀ ਟਾਈਮ ਦੇ, ਇਕੱਲੇ ਉਹ ਨਹੀਂ, ਆਲਮੋਸਟ ਸਾਡੇ ਘਰ ਦੇ ਵਿੱਚ 5 ਜਣੇ ਫਸੇ ਵੇ ਆ। ਕਿਸੇ ਤਰੀਕੇ ਨਾਲ ਆ ਨਹੀਂ ਸਕਦੇ ਉਹ, ਕਿਉਂਕਿ ਬਜ਼ੁਰਗ ਆ, ਮਾਤਾ ਬਿਮਾਰ ਆ, ਉਹਨਾਂ ਨੂੰ ਕੋਈ ਸਪੈਸ਼ਲ ਕੇਅਰ ਦੇ ਸਕਦੇ ਆ, ਕੋਈ ਸਪੈਸ਼ਲ ਉਹਨੂੰ ਕੋਈ ਛੋਟ ਦੇ ਸਕਦੇ ਆ ਕਿ ਨਹੀਂ। ਤੇ ਦੂਸਰਾ ਸੀਗਾ ਗੈਂਗਵਾਰ ਬਾਰੇ ਸੁਣ ਤਾਂ ਬਹੁਤ ਕਰਦੇ ਰਹੇ ਆ, ਪਰ ਉਨੀ ਤੇਜ਼ੀ ਨਾਲ ਕੰਮ ਨਹੀਂ ਹੋ ਰਿਹਾ। ਕੀ ਹੋਰ ਤੇਜ਼ੀ ਨਾਲ ਉਹ ਤੇ ਕੰਮ ਹੋਊਗਾ, ਜ਼ਿਆਦਾ ਫੰਡ ਵਗੈਰਾ ਮਿਲਣਗੇ ਤਾਂ ਕਿ ਆਪਾਂ ਗੈਂਗਵਾਰ ਨੂੰ ਵੀ ਰੋਕ ਸਕੀਏ। ਜੀ ਬਿਲਕੁਲ, ਥੈਂਕ ਯੂ ਜੀ, ਥੈਂਕ ਯੂ ਥੈਂਕ ਯੂ ਜੀ। ਰਣਦੀਪ ਜੀ, ਹਾਂਜੀ, ਜਿਹੜਾ ਫਲਾਈਟਾਂ ਦਾ ਮੈਂ ਪਹਿਲਾਂ ਆਨਸਰ ਕਰ ਦਿੰਦਾ। ਦੇਖੋ, ਅਸੀਂ ਕਿਸੇ ਰੂਟ ਨੂੰ ਨਹੀਂ ਪ੍ਰੂਵ ਕੀਤਾ ਵੇ ਤੁਸੀਂ ਮੈਕਸੀਕੋ ਤੇ ਨਹੀਂ ਆਓ ਜਾਂ ਸਰਬੀਆ ਤੇ ਨਹੀਂ ਰਹੋ। ਇਹ ਜਿਹੜੇ ਰੂਟ ਆ ਤਾਂ ਆ ਰਿਹਾ ਕਿਉਂਕਿ ਕੋਈ ਵੀ ਹੋਰ ਕੰਟਰੀ ਇੰਡੀਆ ਤੋਂ ਪੈਸੇਂਜਰ ਐਕਸੈਪਟ ਨਹੀਂ ਕਰ ਰਿਹਾ ਉਹਨਾਂ ਦੇ ਰੂਟ ਪਾਉਣ ਦੇ ਵਿੱਚ, ਕਿਉਂਕਿ ਉਹ ਸਾਰੇ ਡੈਲਟਾ ਵੇਰੀਐਂਟ ਤੋਂ ਡਰਦੇ ਆ। ਔਰ ਸਾਰਿਆਂ ਨੇ ਜੋ US ਦੇ ਵਿੱਚ ਹੋਇਆ ਤਾਂ ਇੰਗਲੈਂਡ ਦੇ ਵਿੱਚ ਹੋਇਆ ਉਹ ਵਿਟਨੈਸ ਕੀਤਾ ਨਾ। US ਤਾਂ ਇੰਗਲੈਂਡ ਨੇ ਨਹੀਂ ਬੰਦ ਕੀਤੀਆਂ ਫਲਾਈਟਾਂ, ਉਹ ਨਹੀਂ ਆਪਣੇ ਸਿਟੀਜ਼ਨ ਜਾਂ PR ਉਹਨਾਂ ਦੇ ਲਿਆਉਣ ਦਿੱਤੇ, ਤਾਂ ਉਹਨਾਂ ਦਾ ਡੈਲਟਾ ਵੇਰੀਐਂਟ ਇੰਨਾ ਰੈਪਿਡਲੀ ਗਰੋ ਹੋ ਗਿਆ ਕਿ ਉਹਨਾਂ ਦੇ 200,000 ਕੇਸਿਸ ਅ ਡੇ ਹੁੰਦੇ ਆ ਨਾ। ਸੋ ਔਰ ਇੰਗਲੈਂਡ ਨੂੰ ਲਾਕਡਾਊਨ ਵੀ ਦੁਆਰਾ ਕਰਨਾ ਪੈ ਗਿਆ ਸੀਗਾ ਇਹਦੇ ਕਰਕੇ। ਸੋ ਆਬਵੀਅਸਲੀ ਇਹ ਕੋਈ ਕਾਰਨ ਆ, ਈਵਨ ਦੋ ਉਹ ਵੀ ਟੈਸਟ ਕਰਾ ਕੇ ਆ ਰਿਹਾ ਸੀ ਤਾਂ ਉਹ ਕੰਟਰੀ ਵਿੱਚ ਇਹ ਵਰਕ ਨਹੀਂ ਹੋਇਆ। ਉਹ ਇਸੇ ਕਰਕੇ ਹੁਣ ਘਬਰਾਏ ਪਏ ਵੇ ਇਹਨੂੰ ਕਿੱਦਾਂ ਫਿਕਸ ਕਰਨਾ। ਸੋ ਕੈਨੇਡਾ ਵੀ ਨਹੀਂ ਮੰਗਦਾ ਕਿ ਜਿਹੜੇ ਇੱਥੇ ਸਾਡੇ ਕੈਨੇਡੀਅਨਸ ਹੈਗੇ ਸੁਰੱਖਿਅਤ ਰਹਿਣ। ਜਿਹੜੇ ਬਾਹਰੋਂ ਵੀ ਆਉਂਦੇ ਉਹਨਾਂ ਨੂੰ ਵੀ ਅਸੀਂ ਐਟ ਰਿਸਕ ਜਦੋਂ ਪਲੇਨ 'ਚ ਆਉਂਦੇ ਆ, ਜੇ ਉਹ 2% ਪਲੇਨ ਦੇ ਵਿੱਚ ਜਾਲੀ ਜਾਂ ਫਾਲਸ ਟੈਸਟਾਂ ਨਾਲ ਆਉਂਦੇ ਜਾਂ ਉਹਨਾਂ ਨੂੰ ਰਾਹ 'ਚ ਲੱਗ ਕੇ ਆਉਂਦਾ, ਉਹ ਦੂਸਰੇ 98 ਨੂੰ ਵੀ ਡੇਂਜਰ ਪਾਉਂਦੇ ਪਲੇਨ ਦੇ ਵਿੱਚ। ਸੋ ਉਹਨੂੰ ਔਰ ਗਾਂ ਕੈਨੇਡੀਅਨਸ ਨੂੰ ਜਦੋਂ ਲੈਂਡ ਕਰਦੇ ਰਸਤੇ ਪਾਉਂਦੇ। ਸੋ ਇਸ ਕਰਕੇ ਅਸੀਂ ਕਿਹਾ ਕਿ ਜੇ ਇੱਥੇ ਸੈਕੰਡ ਕੰਟਰੀ ਤੋਂ ਉੱਥੇ ਟੈਸਟ ਕਰਾਓ, ਉਹਨਾਂ ਫਿਰ ਇੱਕ ਵਾਰੀ ਸੈਕੰਡ ਟਾਈਮ ਫਿਲਟਰ ਹੋ ਜਾਂਦਾ। ਉਹਦੇ ਵਾਸਤੇ ਅਨਫੋਰਚੂਨੇਟਲੀ ਹੋਰ ਕੰਟਰੀਆਂ ਵੀ ਨਹੀਂ ਐਕਸੈਪਟ ਕਰ ਰਹੀਆਂ। ਅਸੀਂ ਉਹ ਕੋਸ਼ਿਸ਼ ਕਰ ਰਹੇ ਹਾਂ ਕਿ ਜੇ ਇੰਡੀਆ ਆਪਣਾ ਮੋਰ ਸਟ੍ਰਿੰਜੈਂਟ ਲੈਵਲ ਤੇ ਕਰੇ ਟੈਸਟਿੰਗ, ਮੋਰ ਰਿਲਾਇਬਲ ਕਰੇ ਔਰ ਕੰਟਰੋਲ ਕਰੇ, ਫਿਰ ਉਹ ਆ ਜਾਣ। ਤਦੇ ਅਸੀਂ ਪਹਿਲਾਂ ਵੀ ਵਾਰਨ ਕੀਤਾ ਸੀ ਕਿ ਐਤਕੀ ਜੇ ਪ੍ਰੋਬਲਮ ਪਈ ਸਾਡੇ ਕੋਲ ਕੋਈ ਰੀਪੇਟਰੀਏਸ਼ਨ ਫਲਾਈਟਾਂ ਜਾਂ ਇਹਨਾਂ ਚੀਜ਼ਾਂ ਤੇ ਕੰਟਰੋਲ ਨਹੀਂ ਕਰ ਰਿਹਾ। ਬਿਲਕੁਲ, ਮੇਰਾ ਇਸ ਨਾਲ ਰਿਲੇਟਡ ਤੁਹਾਡੇ ਨਾਲ ਇੱਕ ਸਵਾਲ ਵੀ ਹੈ। ਪਹਿਲਾਂ ਆਪਾਂ ਇੱਕ ਕਾਲ ਵੀ ਅਟੈਂਡ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕੀ ਸਵਾਲ ਹੈ ਜੀ? ਹਾਂਜੀ, ਮੇਰਾ ਫਲਾਈਟਾਂ ਦੇ ਸੰਬੰਧੀ ਸਵਾਲ ਸੀਗਾ ਜੀ। ਜੀ ਜੀ, ਕਰ ਸਕਦੇ ਹੋ ਸਵਾਲ। ਜਿੱਦਾਂ ਜੀ ਆਪਾਂ ਇੰਡੀਆ ਤੋਂ ਡਾਇਰੈਕਟ ਫਲਾਈਟ ਲੈ ਕੇ ਇੱਥੇ ਨਹੀਂ ਕੁਆਰੰਟਾਈਨ ਕਰ ਸਕਦੇ ਉਹਨਾਂ ਨੂੰ, ਜਾਂ ਇੱਧਰ ਮੈਕਸੀਕੋ ਵੱਲ ਦੇ ਆਉਂਦੇ ਆ ਇੰਨੇ ਪੈਸੇ ਖਰਚ ਕਰਦੇ ਉੱਧਰ ਵੀ ਤਾਂ ਕੁਆਰੰਟਾਈਨ ਹੀ ਕਰਦੇ, ਇੱਧਰ ਆ ਕੇ ਵੀ ਕੁਆਰੰਟਾਈਨ ਕਰ ਸਕਦੇ ਕੈਨੇਡਾ ਦੇ ਵਿੱਚ? ਠੀਕ ਹੈ ਜੀ, ਕਰਦੇ ਹਾਂ ਗੱਲ, ਥੈਂਕ ਯੂ। ਠੀਕ ਹੈ ਰਣਦੀਪ ਜੀ, ਇੱਕ ਤਾਂ ਮੇਰਾ ਇਹ ਸਵਾਲ ਸੀਗਾ, ਜਦੋਂ ਤੁਸੀਂ ਜਵਾਬ ਦੇ ਰਹੇ ਸੀਗੇ ਤੁਸੀਂ ਕਿਹਾ ਸੀ ਵੀ ਫੇਕ ਸਰਟੀਫਿਕੇਟ ਜੇ ਬਣਾ ਕੇ ਵੈਕਸੀਨ ਦੇ ਆ ਰਹੇ ਸੀਗੇ ਜਿਹਦੇ ਕਰਕੇ ਸਖਤੀ ਕੀਤੀ ਗਈ ਹੈ। ਨਹੀਂ, ਕੱਲਾ ਉਹਦੇ ਕਰਕੇ ਨਹੀਂ, ਉਹ ਇੱਕ ਕਾਰਨ ਸੀਗਾ, ਇੱਕ ਕਾਰਨ ਸੀ। ਠੀਕ ਹੈ, ਚਲੋ ਜੇ ਉਹਨੂੰ ਇੱਕ ਕਾਰਨ ਆਪਾਂ ਮੰਨ ਵੀ ਲਈਏ ਤਾਂ ਹੁਣ ਉਹ ਕਾਰਨ ਕਿਤੇ ਨਾ ਕਿਤੇ ਚਲੋ ਲੋਕਾਂ ਨੂੰ ਹੱਥ ਲੱਗ ਗਏ ਇਸ ਚੀਜ਼ ਦੇ, ਉਹਨਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਫੜੇ ਜਾਣਾ ਹੈ ਜੇ ਅਸੀਂ ਫੇਕ ਸਰਟੀਫਿਕੇਟ ਜਾਂ ਜਾਲੀ ਬਣਵਾ ਕੇ ਲੈ ਕੇ ਜਾਂਦੇ ਹਾਂ ਤਾਂ ਅਸੀਂ ਫੜੇ ਜਾ ਰਹੇ ਹਾਂ ਉੱਥੇ। ਇਸ ਲਈ ਆ ਸਖਤੀ ਜਿਹੜੀ ਹੈ ਕਿਤੇ ਨਾ ਕਿਤੇ ਉਹ ਵੀ ਇੱਕ ਵਜ੍ਹਾ ਹੈਗੀ ਜਿਹਦੇ ਕਰਕੇ ਕੀਤੀ ਗਈ। ਹੁਣ ਠੀਕ ਹੈ, ਕੁਝ ਲੋਕਾਂ ਵੱਲੋਂ ਜੇ ਕੀਤੀ ਗਈ ਇਹ ਸਜ਼ਾ ਕਦੋਂ ਤੱਕ ਉਹਨਾਂ ਨੂੰ ਭੁਗਤਣੀ ਪਏਗੀ, ਕਿਉਂਕਿ ਬਹੁਤ ਸਾਰੇ ਲੋਕ ਉੱਥੇ ਸਮਾਨ ਪੈਕ ਕੀਤੀ ਫਿਰਦੇ ਨੇ। ਸਾਨੂੰ ਹੁਣੇ ਇਸ ਤੋਂ ਪਹਿਲਾਂ ਇੱਕ ਕਾਲਰ ਜਿਹੜਾ ਨੇ ਕਾਲ ਕੀਤੀ ਸੀ, ਉਹਨਾਂ ਦੀ ਪੂਰਾ ਪਰਿਵਾਰ ਜਿਹੜਾ ਉਹ ਕਹਿੰਦੇ ਅਸੀਂ ਅਟਕੇ ਪਏ ਹਾਂ ਵਾਇਆ ਮੈਕਸੀਕੋ ਥਰੂ ਜਿਹੜੇ ਆ ਰਹੇ ਨੇ। ਸੋ ਫੈਮਿਲੀ ਦੀ ਉਹਨਾਂ ਦੇ ਵਿੱਚ ਬਜ਼ੁਰਗ ਨੇ, ਉਹ ਕਹਿੰਦੇ ਕੋਈ ਸਪੈਸ਼ਲ ਕੇਅਰ ਵੀ ਮਿਲ ਸਕਦੀ ਹੈ। ਸੋ ਕਿਤੇ ਨਾ ਕਿਤੇ ਥੋੜਾ ਬਹੁਤ ਤਾਂ ਕੁਝ ਹੱਲ ਕੱਢਣਾ ਚਾਹੀਦਾ ਨਾ ਇਸ ਚੀਜ਼ ਦਾ। ਦੇਖੋ ਸਾਡਾ, ਮੈਂ ਹੁਣ ਓਵਰ ਐਂਡ ਓਵਰ ਕਹਿਣਾ ਔਖਾ ਹੁੰਦਾ, ਪਰ ਕੈਨੇਡਾ ਆਲਵੇਜ਼ ਟਰੈਵਲ ਐਡਵਾਈਜ਼ਰੀਆਂ ਕਰਦਾ ਹੁੰਦਾ। ਹਰ ਇੱਕ ਵਿਅਕਤੀ ਨੂੰ ਕਿਹਾ ਜਾਂਦਾ ਕਿ ਤੁਸੀਂ ਪਹਿਲਾਂ ਫੋਰਨ ਅਫੇਅਰਸ ਦੀ ਟਰੈਵਲ ਐਡਵਾਈਜ਼ਰੀ ਦੇਖੋ, ਆਹ ਮੁਲਕ ਜਾਣਾ ਸੇਫ ਹੈਗਾ ਕਿ ਨਹੀਂ ਹੈਗਾ। ਉਹ ਮੁਲਕ ਦੇ ਵਿੱਚ ਵੀ ਦੱਸ ਦਿੰਦੇ ਵੀ ਆਹ ਇਲਾਕੇ ਸੇਫ ਆ, ਆਹ ਇਲਾਕੇ ਨਹੀਂ ਹੈਗਾ। ਇਹਦੇ ਉੱਤੇ ਹਾਈ ਰੈੱਡ ਟਰੈਵਲ ਐਡਵਾਈਜ਼ਰੀ ਦਿੱਤੀ ਗਈ ਸੀ ਕਿ ਨਾ ਜਾਓ ਉੱਥੇ, ਅਸੀਂ ਨਹੀਂ ਤੁਹਾਨੂੰ ਸੇਫ ਗਾਰਡ ਕਰ ਸਕਦੇ। ਇਹ ਜਿਹੜੀ ਵਾਇਰਸ ਆ ਬਹੁਤ ਹਾਈਲੀ ਸਪਰੈਡ ਆ, ਕੋਈ ਟਰੈਵਲ ਨਹੀਂ ਕਰ ਸਕਦੇ। ਸਾਡੇ ਈਵਨ ਪੋਲੀਟੀਸ਼ੀਅਨਾਂ ਨੇ, ਕਈ ਸੂਬਿਆਂ ਦੇ ਪੋਲੀਟੀਸ਼ੀਅਨ ਨੂੰ ਅਸਤੀਫੇ ਦੇਣੇ ਪਏ ਸੀਗੇ ਕਿਉਂਕਿ ਉਹ ਨਹੀਂ ਟਰੈਵਲ ਕੀਤਾ ਉਹਨਾਂ ਟਾਈਮ ਦੇ ਵਿੱਚ ਨਾ। ਸੋ ਇਹ ਇੰਨਾ ਸੀਰੀਅਸ ਤਾਂ ਆਪਾਂ ਜਦੋਂ ਇਹ ਸੀਰੀਅਸਨੈਸ ਨੂੰ ਲੈਂਦਿਆਂ ਹੋਇਆ ਜੇ ਆਪਾਂ ਫੇਰ ਵੀ ਵਿਆਹ ਤੇ ਚਲੇ ਗਏ ਜਾਂ ਕੋਈ ਹੋਰ ਪ੍ਰੋਗਰਾਮ ਤੇ ਚਲੇ ਗਏ, ਫਿਰ ਅਸੀਂ ਕਹਿੰਦੇ ਫਲਾਈਟਾਂ ਬੰਦ ਹੋ ਗਈਆਂ, ਸਾਨੂੰ ਮੁਸ਼ਕਿਲ ਹੁੰਦਾ। ਅੰਡਰਸਟੈਂਡ ਕਰਨਾ ਚਾਹੀਦਾ ਕਿ ਗਵਰਨਮੈਂਟ ਦੀ ਡਿਊਟੀ ਹੈਗੀ ਹੈ ਕਿ ਕੈਨੇਡੀਅਨਸ ਨੂੰ ਸੇਫ ਗਾਰਡ ਕਰਨਾ। ਔਰ ਗਵਰਨਮੈਂਟ ਨੂੰ ਇਹ ਜੇ ਤੁਸੀਂ ਕਹੋ ਕਿ ਜਿਹਨੀ ਉਹਨੂੰ ਐਡਵਾਈਸ ਨਹੀਂ ਲੈ ਕੇ ਜਾ ਕੇ ਕੀਤਾ, ਹੁਣ ਉਹਦੇ ਲਈ ਕੋਈ ਸਾਧਨ ਲੱਭੋ ਕਿੱਦਾਂ ਲਿਆਉਣਾ
ਆਉਣਾ ਉਹ ਬਹੁਤ ਮੁਸ਼ਕਿਲ ਵਾਲੀ ਗੱਲ ਹੈ। ਅਸੀਂ ਸਿੰਪੈਥੈਟਿਕ ਆ, ਲੋਕਾਂ ਨੂੰ ਜਾਣਾ ਪਿਆ, ਪਰ ਲੋਕਾਂ ਨੂੰ ਇੱਥੇ ਵੀ ਫਿਊਨਰਲ ਤੇ ਨਹੀਂ ਸੀ ਜਾ ਹੋਏ। 10 ਵਿਅਕਤੀ ਸਿਰਫ ਫਿਊਨਰਲ ਤੇ ਜਾ ਸਕਦੇ ਸੀ, ਪਰਿਵਾਰਕ ਮੈਂਬਰ ਜਾ ਨਹੀਂ ਸੀ ਸਕਿਆ ਉਹਨਾਂ ਦੇ। ਲੋਕ ਇੱਥੇ ਆਪਣੇ ਬਜ਼ੁਰਗ ਜਦੋਂ ਬਿਮਾਰ ਹੋ ਗਏ ਹਸਪੀਟਲ 'ਚ ਉਹਨਾਂ ਨੂੰ ਨਹੀਂ ਸੀ ਮਿਲ ਸਕਦੇ, 18 ਮਹੀਨੇ ਬਾਅਦ ਜਾ ਕੇ ਉਹਨੇ ਓਲਡ ਫੋਕਸ ਹੋਮ ਜਾ ਕੇ ਜੱਫੀ ਫਾਈਨਲੀ ਪਾਈ ਆਪਣੇ ਮਦਰ ਫਾਦਰ ਨੂੰ। ਸੋ ਉਹ ਇਸੇ ਕਰਕੇ ਕੀਤਾ ਸੀ, ਕਿਉਂਕਿ ਨਹੀਂ ਤਾਂ ਉਹ ਵੇਰੀਐਂਟ ਯਾਦ ਰੱਖੋ, ਜਿਹੜਾ ਪਹਿਲਾ ਵੇਰੀਐਂਟ ਇੱਦਾਂ ਹੀ ਕੋਈ ਯਾਤਰੂ ਗਿਆ ਸੀਗਾ ਇਰਾਨ ਨੂੰ, ਅਮਰੀਕਾ ਤੋਂ ਆਇਆ, ਅਮਰੀਕਾ ਤੋਂ ਇੱਥੇ ਆਪਣੀ ਮਦਰ ਨੂੰ ਮਿਲਣ ਆਇਆ, ਉਹ ਸਾਰਾ ਹੀ ਓਲਡ ਫੋਕਸ ਹੋਮ ਇਨਫੈਕਟ ਹੋ ਕੇ ਉਹ ਮੇਰੇ ਖਿਆਲ 20 ਮੌਤਾਂ ਹੋਈਆਂ। ਸੋ ਅਸੀਂ ਬਰਡਨ, ਉਹ ਮੇਰਾ ਖਿਆਲ ਉਹ ਆਪ ਵੀ ਬਰਡਨ ਨਹੀਂ ਬਣਨਾ ਚਾਹੁੰਦੇ ਕਿ ਅਸੀਂ ਆਹ ਕਿਸੇ ਦੇ ਬਰਡਨ ਬਣੀਏ, ਅਸੀਂ ਬਿਮਾਰੀ ਲੈ ਆਈਏ ਜਿੰਨਾ ਕਿਸੇ ਦਾ ਨੁਕਸਾਨ ਅਸੀਂ ਕਰੀਏ। ਸੋ ਇਹ ਸਾਇੰਟੀਫਿਕਲੀ ਪ੍ਰੂਵਨ ਚੀਜ਼ਾਂ ਦੇ ਮੁਤਾਬਕ, ਹੈਲਥ ਅਥਾਰਟੀ ਦੀ ਐਡਵਾਈਸ ਦੇ ਮੁਤਾਬਕ ਇਹ ਕੀਤਾ ਜਾ ਰਿਹਾ ਕਿ ਉਹ ਸਕਰੀਨਿੰਗ ਹੋ ਜਾਵੇ। ਇਸੇ ਕਰਕੇ ਇਹ ਵੀ ਸੋਚੋ, ਜੇ ਕੈਨੇਡਾ ਨਹੀਂ ਡਾਇਰੈਕਟ ਫਲਾਈਟ ਕਰ ਰਿਹਾ, ਹੋਰ ਕੰਟਰੀਆਂ ਕਿਉਂ ਨਹੀਂ ਲੈ ਰਹੀਆਂ? ਉਹ ਇੱਕ ਕਾਰਨ ਆ ਕਿ ਇਕੱਲਾ ਟੈਸਟ ਦੀ ਵੈਲਿਡਿਟੀ ਨਹੀਂ ਉੱਥੇ ਠੀਕ ਹੈਗੀ, ਦੂਸਰੀ ਗੱਲ ਡੈਲਟਾ ਵੇਰੀਐਂਟ ਹੈ ਬਹੁਤ ਜ਼ਿਆਦਾ। ਅਸੀਂ ਇਹ ਵੀ ਨਹੀਂ ਕਹਿ ਰਹੇ ਕਿ ਇਕੱਲਾ ਉਹ ਫਾਲਸ ਕੁਛ ਪਰਸੈਂਟੇਜ ਹੈ, ਕਿਉਂਕਿ ਟੈਸਟ 72 ਆਵਰ ਪਹਿਲਾਂ ਕਰਦੇ। ਮੈਂ ਐਗਜ਼ਾਮਪਲ ਵੀ ਦਿੱਤਾ ਸੀ, ਮੇਰੇ ਇੱਕ ਦੋਸਤ ਅਮਰੀਕਾ ਤੋਂ, ਉਹ ਕਰਾ ਕੇ ਗਿਆ, ਉਹ 72 ਆਵਰ ਦੇ ਵਿੱਚ ਰਿਜ਼ਲਟ ਆਉਣ ਤੋਂ ਬਾਅਦ ਜਾਂ ਰਿਜ਼ਲਟ ਟੈਸਟ ਕਰਨ ਤੋਂ ਬਾਅਦ ਉਹਨੂੰ ਕੋਵਿਡ ਲੱਗ ਗਿਆ। ਹੁਣ ਸਾਰੇ ਇਫੈਕਟ ਕੀਤਾ ਟੈਕਸੀ ਡਰਾਈਵਰ ਨੂੰ, ਜਿਹੜੇ ਉੱਥੇ ਵਰਕਰ ਆ, 에ਅਰਪਲੇਨ ਦੇ ਵਿੱਚ ਜਿੰਨੇ ਵੀ ਨਾਲ ਦੇ ਆਲੇ ਦੁਆਲੇ ਬੈਠੇ ਸਾਰਿਆਂ ਨੂੰ ਐਕਸਪੋਜ਼ ਕੀਤਾ, ਜਦੋਂ ਲੈਂਡ ਹੋਇਆ 에ਅਰਪੋਰਟ ਤੇ ਕੀਤਾ। ਸੋ ਕਿੰਨੇ ਲੋਕਾਂ ਨੂੰ, ਔਰ ਉਹਦੀ ਕੋਈ ਕਸੂਰ ਨਹੀਂ, ਉਹ ਲੀਗਲੀ ਕੀਤਾ। ਸੋ ਉਹਨੂੰ ਪ੍ਰੀਵੈਂਟ ਕਰਨ ਵਾਸਤੇ ਅਸੀਂ ਇਹ ਕਰ ਰਹੇ ਹਾਂ, ਕਿਉਂਕਿ ਸਾਨੂੰ ਪਤਾ ਕਿ ਈਵਨ 에ਅਰਪੋਰਟ ਦੇ ਵਿੱਚ ਵੀ, ਇੰਡੀਆ ਦੇ ਵਿੱਚ ਟੈਕਸੀਆਂ ਦੇ ਵਿੱਚ ਵੀ, ਬੱਸਾਂ ਦੇ ਵਿੱਚ ਵੀ, ਸਾਰੇ ਥਾਵਾਂ ਦੇ ਵਿੱਚ ਕੋਵਿਡ ਬਹੁਤ ਰੈਂਪਟ ਹੈ। ਸੋ ਇਸ ਕਰਕੇ ਉਹਨੂੰ ਕੰਟਰੋਲ ਕਰਨ ਵਾਸਤੇ ਸਾਡਾ ਕੋਈ ਇੰਟਰਸਟ ਨਹੀਂ ਲੋਕਾਂ ਨੂੰ ਤੰਗ ਕਰਨ ਵਾਸਤੇ ਜਾਂ ਲੋਕਾਂ ਨੂੰ ਤਕਲੀਫ ਜਾਂ ਉਹਨਾਂ ਦਾ ਟਿਕਟ ਦਾ ਵੱਧ ਖਰਚ ਕਰਾਉਣ ਵਾਸਤੇ। ਸਾਡਾ ਸਿਰਫ ਹੈਗਾ ਲੋਕਾਂ ਨੂੰ ਸੇਫ, ਅਸੀਂ ਉਹਨਾਂ ਨੂੰ ਵੀ ਮੰਗਦੇ ਸੇਫ। ਤਦੇ ਉਹ ਮੈਕਸੀਕੋ 'ਚ ਉਹਨਾਂ ਨੂੰ ਵੇਟ ਤਦੇ ਕਰਨਾ ਪੈਂਦਾ ਜਿੰਨਾ ਚਿਰ ਟੈਸਟ ਦਾ ਰਿਜ਼ਲਟ ਨਹੀਂ ਆਉਂਦਾ PCR ਟੈਸਟ ਦਾ, ਫੇਰ ਹੀ ਉਹ ਆ ਸਕਦੇ। ਸੋ ਕੋਸ਼ਿਸ਼ ਕਰਾਂਗੇ ਕਿ ਇਹ ਰਿਜ਼ੋਲਵ ਹੋ ਜਾਵੇ। ਅੱਗੇ ਕਾਫੀ ਆਸ ਸੀਗੀ ਕਿ ਅਸੀਂ ਖੋਲ ਦੇਵਾਂਗੇ ਫਲਾਈਟਾਂ, ਪਰ ਅਨਫੋਰਚੂਨਟਲੀ ਫੇਰ ਵੀ ਜਿਹੜਾ ਡਾਟਾ ਸੀਗਾ ਉਹ ਨਹੀਂ ਸੀ ਸਪੋਰਟਿਵ ਕਿ ਅਸੀਂ ਖੋਲੀਏ। ਦੋ ਕਾਲਰਸ ਜਿਨ੍ਹਾਂ ਚੋਂ ਇੱਕ ਨੇ ਕਿਹਾ ਸੀ ਕਿ ਉਹਨਾਂ ਦੇ ਬਜ਼ੁਰਗ ਹੈ ਕਿਤੇ ਫਸੇ ਹੋਏ ਨੇ, ਆਈ ਥਿੰਕ ਟਰੈਵਲ ਦੌਰਾਨ, ਤੇ ਉਹਨਾਂ ਨੂੰ ਸਪੈਸ਼ਲ ਕੇਅਰ ਕਹਿੰਦੇ ਮਿਲ ਸਕਦੀ ਹੈ। ਇੱਕ ਹੋਰ ਕਾਲਰ ਜਿਹੜੇ ਕਹਿੰਦੇ ਸੀ ਕਿ ਡਾਇਰੈਕਟ ਫਲਾਈਟ ਚਲਾ ਕੇ ਜੇ ਇੱਥੇ ਕੁਆਰੰਟਾਈਨ ਕਰ ਲਈਏ ਤਾਂ ਕਿ ਉਹ ਵੀ ਖੱਲ ਹੈਗਾ। ਸੋ ਦੇਖੋ, ਖਰਚ ਦੀ ਗੱਲ ਕਰਦੇ ਆ, ਉਹ ਤਾਂ ਪਹਿਲੀ ਗੱਲ, ਜੇ ਡਾਇਰੈਕਟ ਫਲਾਈਟ ਕਰਕੇ ਫਿਰ ਉਹ ਅਗੇਨ ਜਿਹੜੇ 에ਅਰਪੋਰਟ ਇੱਥੇ ਆ ਉਹਨਾਂ ਨੂੰ ਉਹ ਪੋਟੈਂਸ਼ੀਅਲੀ ਇਨਫੈਕਟ ਕਰਨ ਦੀ ਆਸ ਆ। ਜਦੋਂ ਦੀ ਟੈਕਸੀ ਲੈ ਕੇ ਕੁਆਰੰਟਾਈਨ ਫੈਸਿਲਿਟੀ ਤੇ ਜਾਣਾ, ਜਿਹੜਾ ਕਿ ਅੱਗੇ ਜਾਂਦਾ, ਫਿਰ ਉਹਨਾਂ ਨੂੰ ਉੱਥੇ ਵੀ ਪੈਸੇ ਦੇਣੇ ਪੈਣੇ। ਸੋ ਉਹ ਕੋਈ ਖਾਸ ਕੋਈ ਮੇਰੇ ਹਿਸਾਬ ਨਾਲ ਇਕਨੋਮਿਕ ਸੇਵਿੰਗ ਵੀ ਨਹੀਂ ਹੈਗੀ, ਔਰ ਉਹ ਰਿਸਕ। ਔਰ ਫੇਰ ਵੀ ਕੈਨੇਡਾ ਕਿਉਂਕਿ ਇੱਕ ਪੁਲਿਸ ਸਟੇਟ ਨਹੀਂ ਕਿ ਉਹ ਫੜ ਕੇ ਤੁਹਾਨੂੰ 에ਅਰਪੋਰਟ ਤੋਂ ਲੈ ਕੇ ਜਾਂਦੇ, ਬਹੁਤ ਸਾਰੇ ਸੀਗੇ ਉੱਥੋਂ ਘਰ ਚਲ ਜਾਂਦੇ ਸੀਗੇ, ਫਿਰ ਸ਼ਾਮ ਨੂੰ ਚਲ ਜਾਂਦੇ ਸੀ, ਫਿਰ ਨੈਕਸਟ ਡੇ ਲੀਵ ਕਰ ਜਾਂਦੇ ਸੀ 에ਅਰਪੋਰਟ ਤੋਂ। ਕਈ ਜਾਂਦੇ ਨਹੀਂ ਸੀ, ਕਹਿੰਦੇ ਸੀ ਫਾਈਨ ਦੇ ਦਿਓ। ਉਹ ਠੀਕ ਹੈ, ਜਿਹੜਾ ਅਮੀਰ ਆ ਉਹ $2000 ਦਾ ਫਾਈਨ ਦੇ ਦੂਗਾ, ਪਰ ਹੁਣ ਜੇ ਉਹਨੇ ਆਪਣਾ ਗਲੀ ਜਾਂ ਆਪਣਾ ਨੇਬਰਹੁੱਡ ਉਹਨੂੰ ਐਕਸਪੋਜ਼ ਕਰ ਦਿੱਤਾ, ਫਿਰ ਉਹਨੂੰ ਕੀ, ਉਹਦੀ ਕੀ ਪ੍ਰਾਈਸ ਹੈਗੀ ਹੈ ਨਾ। ਸੋ ਉਹ ਫਿਰ ਹਸਪੀਟਲ, ਰਿਚਮੰਡ ਦਾ ਹਸਪੀਟਲ ਦਾ, ਸਰੀ ਦਾ ਹਸਪੀਟਲ ਦਾ ICU ਯੂਨਿਟ ਬੂਸਟ ਹੋ ਜਾਵੇ ਪੇਸ਼ੈਂਟਾਂ ਦੇ ਨਾਲ, ਫਿਰ ਉਹਦਾ ਕੀ ਅਸੀਂ ਜਵਾਬ ਦੇਵਾਂਗੇ ਨਾ। ਸੋ ਇਹ ਵੀ ਚੀਜ਼ਾਂ ਸਾਨੂੰ ਸੋਚਣਾ ਪੈਂਦਾ ਜੀ। ਔਰ ਸਪੈਸ਼ਲ ਕੇਅਰ ਵਾਲੀ ਜਿਹੜੀ ਫੈਮਿਲੀ ਦੀ ਗੱਲ ਹੈ, ਸੋ ਉਹ ਜਿਹੜੇ ਜਿਵੇਂ ਕਹਿੰਦੇ ਅਸੀਂ ਫਲਾਈਟ, ਅਸੀਂ ਤਾਂ ਰੂਟ ਡਾਇਰੈਕਟ ਬੰਦ ਕੀਤਾ ਕਿ ਡਾਇਰੈਕਟ ਫਲਾਈਟ ਨਹੀਂ ਆਉਂਦੀ। ਬਾਕੀ ਤੁਸੀਂ 에ਅਰ ਕੈਨੇਡਾ ਜਾਂ ਹੋਰ ਲਾਈਨਾਂ ਨਾ, ਯੂਰਪ, ਏਸ਼ੀਆ, ਹੋਰ ਰੂਟ ਨਾਲ ਆ ਸਕਦੇ। ਪਰ ਜਿਵੇਂ ਮੈਂ ਦੱਸਿਆ, ਉਹ ਵੀ ਡਰਦੇ ਆ ਕੋਈ ਉਹਨਾਂ ਨੂੰ ਸੈਕੰਡਰੀ ਪੈਸੇਂਜਰ, ਔਰ ਅਸੀਂ ਇੱਦਾਂ ਵਨ ਟਾਈਪ ਪਿਕ ਵੀ ਨਹੀਂ ਕਰ ਸਕਦੇ ਵੀ ਕਿੱਦਾਂ ਅਸੀਂ ਕਰੀਏ ਫਲਾਈਟ ਸਿਰਫ ਉਹਨਾਂ ਲਈ ਆਵੇ ਜਿਹੜੇ ਓਲਡ ਆ ਨਾ। ਇਹ ਚੀਜ਼ ਉਹਨਾਂ ਨੂੰ ਤਾਂ ਅਸੀਂ ਪਹਿਲਾਂ ਵੀ ਰੋਕਿਆ ਸੀ ਵੀ ਜਾਓ ਨਾ ਉੱਥੇ ਨਾ। ਸੋ ਇਹ ਚੀਜ਼ ਕਾਫੀ ਡਿਫਿਕਲਟ ਆ, ਪਰ ਉਹਨਾਂ ਨੂੰ ਮੈਂ ਆਸ ਕਰਦਾ ਕਿ ਪੇਸ਼ੈਂਟ ਥੋੜ੍ਹਾ ਜਿਹਾ ਰਹੋ। ਹੋਪਫੁਲੀ 2 ਹਫ਼ਤਿਆਂ ਦੇ ਵਿੱਚ ਟਰੈਵਲ ਐਡਵਾਈਜ਼ਰੀ ਚੇਂਜ ਹੋ ਜੂ। ਜੀ ਬਿਲਕੁਲ। ਸੋ ਇਹ ਚੰਗੀ ਗੱਲ ਹੈ ਕਿ ਜੇ 2 ਹਫ਼ਤਿਆਂ ਤੱਕ ਟਰੈਵਲ ਐਡਵਾਈਜ਼ਰੀ ਜਿਵੇਂ ਤੁਸੀਂ ਕਹਿ ਰਹੇ ਹੋ ਚੇਂਜ ਹੋ ਜਾਏ ਤਾਂ ਇੱਕ ਚੰਗੀ ਉਮੀਦ ਹੈ ਜਿਹੜੀ ਲੋਕ ਉਹਦੀ ਕਰ ਸਕਦੇ ਨੇ। ਰਣਦੀਪ ਜੀ, ਇੱਕ ਹੋਰ ਇਸ਼ੂ ਜਿਹੜਾ ਇੱਥੇ ਕੁਝ ਲੋਕ ਹੈ ਉਹ ਪ੍ਰੋਟੈਸਟ ਕਰਨ ਦਾ ਸੋਚ ਰਹੇ ਨੇ 5 ਸਤੰਬਰ ਨੂੰ, ਉਹਨਾਂ ਦੇ ਪ੍ਰੋਟੈਸਟ ਦੀ ਕਾਲ ਦੇ ਦਿੱਤੀ ਹੈ ਆਲਰੇਡੀ। ਉਹ ਪ੍ਰੋਟੈਸਟ ਦਾ ਰੀਜ਼ਨ ਹੈ ਕਿ ਜਿਹੜੇ ਰਿਫਿਊਜੀ ਜਾਂ ਜਿਹੜੇ ਵਰਕ ਪਰਮਿਟ ਵਾਲੇ ਜਾਂ ਜਿਹੜੇ ਕਾਫੀ ਸਮੇਂ ਤੋਂ ਆਏ ਨੇ ਉਹ ਪੱਕੇ ਨਹੀਂ ਹੋਏ ਤੇ ਜਿਹਦੇ ਵਿੱਚ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਕਿ ਜਿਹੜੇ ਆਇਲਟਸ ਦੇ ਜਿਹੜੇ ਬੈਂਡ ਹੈ ਉਹ ਕਿਤੇ ਨਾ ਕਿਤੇ ਘਟਾਏ ਜਾਣ, ਵੀ ਅਸੀਂ ਉਸ ਚੱਕਰ 'ਚ ਪੱਕੇ ਨਹੀਂ ਹੋ ਰਹੇ। ਤੇ ਇਸ ਲਈ ਉਹ ਪ੍ਰੋਟੈਸਟ, ਔਰ ਕਾਫੀ ਵਾਰੀ ਉਹ ਕਰ ਚੁੱਕੇ ਨੇ, ਹੁਣ ਫਿਰ ਤੋਂ ਕਰਨ ਲੱਗੇ ਨੇ ਇੱਥੇ, ਤੇ ਉਹਨਾਂ ਦਾ ਕੋਈ ਹੱਲ ਨਿਕਲਿਆ ਜਾ ਰਿਹਾ ਹੁਣ ਤੱਕ? ਉਹ ਸਿਰਫ ਰੈਲੀਆਂ ਹੀ ਕੀਤੀ ਜਾ ਰਹੇ ਨੇ, ਬਟ ਕੋਈ ਉਹਨਾਂ ਦਾ ਹੈਗੀ ਆਸ ਉਮੀਦ ਵੀ ਉਹਨਾਂ ਨੂੰ ਕੀ ਸਲਾਹ ਦਿੱਤੀ ਜਾ ਸਕਦੀ ਹੈ? ਦੇਖੋ, ਜਦੋਂ ਨਹੀਂ ਪਹਿਲਾ ਪਟੀਸ਼ਨ ਹਿੰਦੂ ਹੋਪ ਸੁਸਾਇਟੀ ਨੇ ਦਿੱਤੀ ਸੀਗੀ ਔਰ ਉਹਨਾਂ ਦੇ ਮੈਂਡੇਟ 'ਚ ਉਹਦੇ ਕਾਫੀ ਮੰਗਾਂ ਕਰਕੇ ਐਕਚੁਅਲੀ ਪੂਰੀਆਂ ਕੀਤੀਆਂ ਗਈਆਂ, ਜਿਹਦੇ ਵਿੱਚ ਹੀ ਆਹ 27000 ਲੋਅਰ
ਲੋਅਰ ਪੁਆਇੰਟਾਂ ਤੇ ਕੀਤੇ 90,000 ਹੋਰ ਐਪਲੀਕੇਸ਼ਨ ਆ ਉਹਨਾਂ ਦੀ ਜਿਹੜੀ ਇਹ ਇੱਕ ਮੰਗ ਆ ਕਿ ਆਈਲੈਟਸ ਨੂੰ ਹੋਰ ਲੋਅਰ ਕੀਤਾ ਜਾਵੇ ਜਾਂ ਰਿਮੂਵ ਕੀਤਾ ਜਾਵੇ ਇਹ ਇੱਕ ਮੰਗ ਹੈ। ਇੱਕ ਜਿਹੜੇ ਸਾਰੇ ਕੱਚੇ ਹੈਗੇ ਆ ਉਹਨਾਂ ਨੂੰ ਪੱਕੇ ਕਰਨਾ ਮਤਲਬ ਉਹ ਚੀਜ਼ ਬੜੀ ਕੰਪਲਿਕੇਟਡ ਔਰ ਹਾਰਡਰ ਸਿਚੁਏਸ਼ਨ ਹੈਗੀ ਆ। ਕਰ ਰਹੇ ਆ ਸਾਡੇ ਇਮੀਗ੍ਰੇਸ਼ਨ ਕਾਕਸ ਵੀ ਇਹਨੂੰ ਰਿਵਿਊ ਕਰ ਚੁੱਕਾ ਸਟੱਡੀ ਵੀ ਹੋ ਚੁੱਕੀ ਉਹਦੇ ਉੱਤੇ ਪਰ ਅਗੇਨ ਉਹ ਮਿਨਿਸਟਰ ਨੂੰ ਦੇਖਣਾ ਪੈਣਾ ਫੇਅਰਨੈਸ ਦਾ ਆਰਗੂਮੈਂਟ ਹੈ ਕਿਉਂਕਿ ਜੇ ਉਹਨਾਂ ਦੀ ਆਲਰੇਡੀ ਹੀਅਰਿੰਗਾਂ ਹੋ ਚੁੱਕੀਆਂ ਉਹ ਪ੍ਰੂਵਨ ਹੋ ਗਿਆ ਕਿ ਉਹ ਨਹੀਂ ਜੈਨੂਇਨ ਰੈਫਿਊਜੀ ਜਾਂ ਨਹੀਂ ਜੈਨੂਇਨ ਹਿਊਮੈਨਿਟੇਰੀਅਨ ਕੰਪੈਸ਼ਨ ਗਰਾਊਂਡਸ ਵਿੱਚ ਸਾਡਾ ਉਹ ਵੀ ਇੱਕ ਅੰਗ ਆ ਕਿ ਤੁਸੀਂ ਇੱਕ ਪਾਸੇ ਕਹਿੰਦੇ ਕਿ ਸਾਡਾ ਜੁਡੀਸ਼ਰੀ ਆ ਉਹ ਫੈਸਲਾ ਲੈਂਦੀ ਹੈ ਫੈਸਲੇ ਤੇ ਪਾਲ ਕਰੋ ਫਿਰ ਅਸੀਂ ਉਹਨਾਂ ਨੂੰ ਐਕਸੈਪਟ ਕਰੀਏ ਸੋ ਇਹ ਇੱਕ ਆਰਗੂਮੈਂਟ ਹੈਗਾ। ਦੂਸਰੀ ਗੱਲ ਹੈਗੀ ਆ ਕਿ ਉਹ ਕਿੰਨੇ ਹੈਗੇ ਆ ਕਿਉਂਕਿ ਲੋਕ ਛੁਪ ਕੇ ਰਹਿੰਦੇ ਕਈ ਵਾਪਸ ਚਲ ਗਏ ਕੈਨੇਡਾ ਨੂੰ ਉਹ ਪਤਾ ਕਰਨਾ ਪੈਣਾ ਵੀ ਕਿੰਨੇ ਵਿਅਕਤੀ ਹੈਗੇ ਆ ਸੋ ਕਿੰਨੇ ਕੁ ਅਸੀਂ ਅਬਜ਼ੋਰਬ ਕਰ ਸਕਦੇ ਆ ਸੋ ਇਹ ਚੀਜ਼ਾਂ ਦੇਖ ਕੇ ਯਤਨ ਚੱਲ ਰਹੇ ਆ। ਮੈਂ ਉਹਨਾਂ ਨੂੰ ਬੜਾ ਕੰਗ੍ਰੈਚੁਲੇਟ ਕਰਦਾ ਕਿ ਉਹ ਬੜਾ ਮਿਹਨਤ ਕਰਦੇ ਆ ਔਰ ਉਹਨਾਂ ਦੇ ਕਾਫੀ ਯਤਨ ਉਹਨਾਂ ਦੇ ਪੂਰੇ ਵੀ ਹੋ ਗਏ। ਕੋਈ ਬਿੱਲ ਹੈ ਜਿਹਨੂੰ ਪਾਸ ਕਰਾਉਣ ਦੀ ਗੱਲ ਉਹ ਕਹਿ ਰਹੇ ਨੇ ਉਹ ਕਹਿੰਦੇ ਨੇ ਉਹ ਬਿੱਲ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਵਾਸਤੇ ਕਾਫੀ ਜ਼ਿਆਦੀਆਂ ਚੰਗੀਆਂ ਚੀਜ਼ਾਂ ਨੇ ਜੇ ਉਹ ਪਾਸ ਹੋ ਜਾਂਦਾ ਤੇ ਕਿਤੇ ਨਾ ਕਿਤੇ ਉਹਨਾਂ ਦੇ ਪੱਕੇ ਹੋਣ ਦੀ ਰਾਹ ਜਿਹੜੀ ਉਹ ਨਜ਼ਦੀਕ ਆ ਜਾਏਗੀ। ਸੋ ਉਹਨਾਂ ਨੂੰ ਮੈਂ ਉੱਦਾਂ ਵੈਸੇ ਕਰ ਰਿਹਾ ਉਹ ਸੈਪਟੈਂਬਰ 5 ਨੂੰ ਸੋ ਉਹਨਾਂ ਨੂੰ ਪੂਰਾ ਹੱਕ ਹੈ ਆਪਣਾ ਅਵੇਅਰਨੈਸ ਦੇਣ ਦਾ ਪਰ ਕਿਉਂਕਿ ਇਲੈਕਸ਼ਨ ਤੋਂ ਬਾਅਦ ਹੀ ਸਰਕਾਰ ਚੁਣੀ ਜਾਊਗੀ ਸਰਕਾਰ ਫਿਰ ਸਹੁੰ ਚੱਕੂਗੀ ਫਿਰ ਮਿਨਿਸਟਰ ਬਣੂਗੇ ਕਿਉਂਕਿ ਰਾਈਟ ਨਾਓ ਕੇਅਰ ਟੇਕਰ ਮੋਡ ਆ ਅੱਜ ਤੋਂ ਲੈ ਕੇ ਜਿੰਨਾ ਚਿਰ ਕੈਬਨਿਟ ਬਣਦੀ ਨਹੀਂ ਕੋਈ ਫੈਸਲੇ ਨਹੀਂ ਹੋ ਸਕਦੇ ਉਹ ਜੋ ਸਟੇਟਸ ਕੋ ਆ ਉਹੀ ਹੋਊਗਾ। ਹੁਣ ਜਿਵੇਂ ਸੈਪਟੈਂਬਰ 10 ਨੂੰ ਮੇਰੇ ਖਿਆਲ 30,000 ਜਿਹੜੇ ਐਪਲੀਕੇਸ਼ਨ ਪੇਰੈਂਟਸ ਦੀਆਂ ਉਹ ਨਿਕਲਣੀਆਂ ਇਹ ਸਟੇਟਸ ਕੋ ਪਹਿਲਾਂ ਐਲਾਨ ਕੀਤਾ ਔਰ ਅਪਰੂਵ ਹੋਈਆਂ ਇਸੇ ਤਰ੍ਹਾਂ ਹੋਣਗੀਆਂ ਪਰ ਨਵੇਂ ਚੀਜ਼ ਉਹਨਾਂ ਚਿਰ ਦੇ ਵਿੱਚ ਨਹੀਂ ਐਲਾਨ ਹੋਣਗੇ ਉਹ ਬਾਅਦ 'ਚ ਹੀ ਹੋਣਗੇ ਪਰ ਉਹ ਅਗੇਨ ਆਪਣਾ ਸਾਨੂੰ ਵੀ ਰਾਤੀ ਮਿਲੇ ਸੀਗੇ ਉਹਨੇ ਦੱਸਿਆ ਕਿ ਕੀ ਉਹਨਾਂ ਦੀ ਰਿਕੁਐਸਟ ਹੈ ਅਸੀਂ ਪੂਰਾ ਯਤਨ ਕਰਾਂਗੇ ਉਹਨਾਂ ਨੂੰ ਸਪੋਰਟ ਕਰਨ ਵਾਸਤੇ ਜਦੋਂ ਪਾਰਲੀਮੈਂਟ ਰਿਜ਼ੂਮ ਹੋਊਗਾ ਉਦੋਂ ਅਸੀਂ ਆਸ ਕਰਦੇ ਕਿ ਕੋਈ ਨਾ ਕੋਈ ਉਹਨਾਂ ਦੇ ਜਿਹੜੇ ਉਪਰਾਲੇ ਹੈਗੇ ਆ ਉਹ ਪੂਰੇ ਹੋਣਗੇ। ਜੀ ਰਣਦੀਪ ਜੀ ਆਖਿਰ ਦੇ ਵਿੱਚ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਜਦੋਂ ਇਲੈਕਸ਼ਨਸ ਨੂੰ ਵੋਟਾਂ ਪੈਣ ਦੇ ਵਿੱਚ ਮਹਿਜ਼ ਥੋੜਾ ਹੀ ਸਮਾਂ ਬਚ ਗਿਆ 3 ਦਿਨ ਤਾਂ ਲੌਂਗ ਵੀਕਐਂਡ ਦੇ ਵਿੱਚ ਹੀ ਨਿਕਲ ਜਾਣੇ ਨੇ। ਹਾਂਜੀ ਨਹੀਂ ਦੇਖੋ ਬਹੁਤ ਅਹਿਮ ਟਾਈਮ ਆ ਵੋਟ ਪਾਉਣ ਦਾ ਆਪਾਂ ਬੈਕ ਟੂ ਸਕੂਲ ਲੋਕਾਂ ਨੇ ਮੰਡੇ ਟਿਊਜ਼ਡੇ ਕੰਮ ਤੇ ਜਾਣਾ ਕਿਸੇ ਨੇ ਛੁੱਟੀਆਂ ਫਿਨਿਸ਼ ਕਰਕੇ ਜਾਣਾ ਕਿਸੇ ਨੇ ਪੜ੍ਹਨ ਜਾਣਾ ਔਰ ਬੱਚਿਆਂ ਨੇ ਗ੍ਰੈਜੂਏਟ ਕਰਕੇ ਕਿਸੇ ਨੇ ਯੂਨੀਵਰਸਿਟੀ ਜਾਣਾ ਸੋ ਬਹੁਤ ਸਪੈਸ਼ਲ ਟਾਈਮ ਹੈਗਾ ਪਰ ਮੈਂ ਇਹ ਵੀ ਕਹਿਣਾ ਕਿ ਤੁਸੀਂ ਇਹ ਦੇਖੋ ਕਿ ਸਰਕਾਰ ਲਾਸਟ ਪੈਂਡੈਮਿਕ ਦੇ ਵਿੱਚ ਕਿਵੇਂ ਹੈਲਪ ਕੀਤਾ ਕਿੱਥੇ ਤੁਹਾਡੀ ਬਾਂਹ ਫੜੀ ਕਿਵੇਂ ਤੁਹਾਡਾ ਸਹਾਰਾ ਦਿੱਤਾ ਇਸੇ ਤਰ੍ਹਾਂ ਵਿਤਕਰਾ ਜਿੱਥੇ ਖਤਮ ਕਰਨ ਵਾਸਤੇ ਕੀ ਕੀ ਯਤਨ ਕੀਤੇ ਕਿੱਥੇ ਡੈਮੋਨਸਟ੍ਰੇਟ ਕੀਤਾ ਇਹ ਕਦੇ ਵੀ ਹਿਸਟਰੀ 'ਚ ਕਦੇ ਅੱਗੇ ਹੋਇਆ ਨਹੀਂ ਕਿ ਹਰ ਇੱਕ ਘੱਟ ਗਿਣਤੀਆਂ ਦੇ ਲੋਕ ਰੈਪਰੈਜ਼ੈਂਟ ਕੈਬਨਿਟ ਦੇ ਵਿੱਚ ਹੋਏ ਪਾਰਲੀਮੈਂਟ ਦੇ ਵਿੱਚ ਹੋਏ ਉਹਦੀ ਆਵਾਜ਼ ਬੁਲੰਦ ਹੋਈ ਆ ਸੋ ਜੇ ਤੁਸੀਂ ਆਉਣ ਵਾਲੇ ਸਮੇਂ ਵੀ ਇਸ ਟਾਈਪ ਆਫ ਯਤਨ ਜਿਨ੍ਹਾਂ ਦੇ ਨਾਲ ਲੋਕਾਂ ਗਰੀਬੀ ਦੇ ਵਿੱਚੋਂ ਮਿਡਲ ਕਲਾਸ ਦੇ ਵਿੱਚ ਆਏ ਜਿਵੇਂ ਮੈਂ ਦੱਸਿਆ ਪਾਵਰਟੀ 'ਚੋਂ ਤੁਹਾਡੇ ਕੈਨੇਡਾ ਚਾਈਲਡ ਬੈਨੀਫਿਟ ਟੈਕਸ ਫ੍ਰੀ ਤੁਹਾਡੇ ਬੱਚਿਆਂ ਵਾਸਤੇ ਆਉਂਦਾ ਹਰ ਮਹੀਨੇ ਤੁਹਾਨੂੰ ਸਪੋਰਟ ਕਰਨ ਵਾਸਤੇ ਜੇ ਤੁਸੀਂ ਇੱਦਾਂ ਦੀ ਸਰਕਾਰ ਮੰਗਦੇ ਜਿਹੜੇ ਆਉਣ ਵਾਲੇ ਸਮੇਂ 'ਚ ਵੀ ਤੁਹਾਨੂੰ ਸਕਾਈ ਟ੍ਰੇਨ ਬਣਾ ਕੇ ਦੇ ਰਹੀ ਤੁਹਾਡੀ ਸਹੂਲਤ ਵਾਸਤੇ ਤੁਹਾਡੇ ਡੇ ਕੇਅਰ ਚਾਈਲਡ ਕੇਅਰ ਤੁਹਾਡੇ ਵਾਸਤੇ ਦੇ ਰਹੀ ਆ ਤੁਹਾਡੇ ਪੇਰੈਂਟਸ ਵਾਸਤੇ ਹੋਮ ਕੇਅਰ ਲਈ ਹੋਰ ਪੈਸੇ ਦੇ ਰਹੀ ਆ ਜੇ ਇੱਦਾਂ ਦੀ ਤੁਸੀਂ ਸਰਕਾਰ ਚਾਹੁੰਦੇ ਆ ਫਿਰ ਮੈਂ ਆਸ ਕਰਦਾ ਕਿ ਤੁਸੀਂ ਅਗੇਨ ਸਾਡੇ ਲਿਬਰਲ ਉਮੀਦਵਾਰਾਂ ਨੂੰ ਔਰ ਦਾਸ ਰਣਦੀਪ ਸਿੰਘ ਸਰਾਏ ਨੂੰ ਸਰੀ ਸੈਂਟਰ ਤੋਂ ਜਿੱਤ ਕੇ ਅਗਲੇ ਸਮੇਂ ਦੇ ਵਿੱਚ ਅਗੇਨ ਜਸਟਿਨ ਟਰੂਡੋ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਬਣਾ ਕੇ ਨਵੀਂ ਸਰਕਾਰ ਵਧੀਆ ਤਰੀਕੇ ਨਾਲ ਬਣਾਓ। ਥੈਂਕ ਯੂ ਸੋ ਮਚ ਰਣਦੀਪ ਜੀ ਸਾਡੇ ਸ਼ੋਅ ਦਾ ਹਿੱਸਾ ਬਣਨ ਦੇ ਲਈ ਔਰ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕਰਨ ਦੇ ਲਈ ਸੇ ਸਪੈਸ਼ਲ ਅਸੀਂ ਇਨਵੀਟੇਸ਼ਨ ਇਹ ਵੀ ਦੇ ਰਹੇ ਹਾਂ ਵੀ ਜਿਸ ਤਰੀਕੇ ਨਾਲ 5 ਸਤੰਬਰ ਨੂੰ ਸਾਰੇ ਜਾਣਦੇ ਆ ਕਿ ਜਿਹੜਾ ਅਸੀਂ ਮੇਲਾ ਕਰਵਾਉਣ ਜਾ ਰਹੇ ਹਾਂ ਮੇਲਾ ਪੰਜਾਬ ਬਣਾਦਾ ਚੈਨਲ ਪੰਜਾਬੀ ਵੱਲੋਂ ਕਰਵਾਇਆ ਜਾ ਰਿਹਾ ਫ੍ਰੀ ਆਫ ਕਾਸਟ ਤੇ ਨੋ ਡਾਊਟ ਉੱਤੇ ਤੁਸੀਂ ਸਾਰਿਆਂ ਨੇ ਵੀ ਪਹੁੰਚਣਾ ਹੀ ਹੈ ਕਮਿਊਨਿਟੀ ਦੇ ਮੁਖਾਤਿਬ ਵੀ ਹੋਣਾ ਹੈ ਉਸ ਪ੍ਰੋਗਰਾਮ ਦਾ ਹਿੱਸਾ ਜਿਹੜਾ ਹੈ ਉਹ ਜ਼ਰੂਰ ਬਣਿਓ ਸੋ ਉਸ ਪ੍ਰੋਗਰਾਮ ਬਾਰੇ ਵੀ ਪਲੀਜ਼ 2 ਗੱਲਾਂ ਕਹਿ ਕੇ ਜਾਓ। ਜ਼ਰੂਰ ਬਹੁਤ ਵਧੀਆ ਦੇਖੋ ਧੀਆਂ ਦਾ ਮੇਲਾ ਜਿਹੜਾ ਹੁੰਦਾ ਇਹ ਸਾਡੀਆਂ ਭੈਣਾਂ ਲਈ ਬਹੁਤ ਵਧੀਆ ਮੌਕਾ ਹੁੰਦਾ ਜਿੱਥੇ ਆਪਣਾ ਐਕਸਪ੍ਰੈਸ ਕਰ ਸਕਦੀਆਂ ਗਾ ਸਕਦੀਆਂ ਔਰ ਪਿਛਲੇ 1.5 ਸਾਲ ਦੇ ਵਿੱਚ ਪੈਂਡੈਮਿਕ ਕਰਕੇ ਉਹਨਾਂ ਕੋਲ ਨਹੀਂ ਕਰ ਹੋਇਆ ਸੋ ਮੈਂ ਸਾਰਿਆਂ ਨੂੰ ਕਹਿਣਾ ਸੇਫ ਤਰੀਕੇ ਦੇ ਨਾਲ ਜ਼ਰੂਰ ਹਿੱਸਾ ਲਓ ਖੁਸ਼ੀਆਂ ਮਨਾਓ ਤੇ ਭੈਣਾਂ ਨੂੰ ਇੱਕ ਮੌਕਾ ਹੈਗਾ ਔਰ ਮਾਵਾਂ ਨੂੰ ਸਾਡਿਆਂ ਨੂੰ ਮੌਕਾ ਹੈਗਾ ਕਿ ਉਹ ਇਕੱਠੀਆਂ ਹੋ ਸਕਣ ਤੇ ਆਪਣੇ ਗੀਤ ਸੰਗੀਤ ਗਾ ਸਕਣ ਤੇ ਖੁਸ਼ੀ ਮਨਾ ਸਕਣ। ਜੀ ਰਣਦੀਪ ਜੀ ਥੈਂਕ ਯੂ ਸੋ ਮਚ ਟਿਲ ਦੈਨ ਤੁਸੀਂ 3 ਦਿਨ ਲੌਂਗ ਵੀਕਐਂਡ ਦੇ ਵਿੱਚ ਖੂਬ ਧੜੱਲੇ ਨਾਲ ਆਪਣਾ ਚੋਣ ਪ੍ਰਚਾਰ ਕਰੋ ਤੇ ਜਲਦੀ ਜਦੋਂ ਲੋਕ ਤੁਹਾਨੂੰ ਫਤਵਾ ਦੇਣਗੇ ਫਿਰ ਤੋਂ ਇਸ
ਅਸੀਂ ਇੰਟਰਵਿਊ ਦੇ ਵਿੱਚ ਬੈਠੇ ਰਾਂਗੇ, ਪਰ ਅਗਲੇ ਹਫਤੇ ਤੁਸੀਂ ਫਿਰ ਮੇਰੇ ਕੋਲ ਇੱਕ ਦਿਨ ਚੂਜ਼ ਕਰਕੇ ਜ਼ਰੂਰ ਆ ਰਹੇ ਹੋ ਇੰਟਰਵਿਊ ਦੇ ਲਈ। ਬਿਲਕੁਲ ਜ਼ਰੂਰ ਆਵਾਂਗੇ। ਥੈਂਕ ਯੂ। ਬਿਲਕੁਲ, ਥੈਂਕ ਯੂ ਰਣਦੀਪ ਜੀ। ਰਣਦੀਪ ਸਰਾਏ ਜੀ ਜੁੜੇ ਹੋਏ ਸੀ। ਇਦਾਂ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਨਾਲ ਹਰ ਪਾਰਟੀ ਤੋਂ ਜਿਹੜੇ ਨੇ ਉਮੀਦਵਾਰ ਹੈ ਉਹ ਸਾਡੇ ਨਾਲ ਜੁੜਦੇ ਰਹਿਣਗੇ ਤੇ ਬਹੁਤ ਸਾਰੀਆਂ ਗੱਲਾਂ ਉਹਨਾਂ ਦੇ ਨਾਲ ਇਲੈਕਸ਼ਨ ਸੰਬੰਧੀ ਜਿਹੜੀਆਂ ਹੁੰਦੀਆਂ ਰਹਿਣਗੀਆਂ। ਔਰ ਉਸ ਦੌਰਾਨ ਮੈਂ ਦੱਸਦਾ ਕਿ 5 ਸਤੰਬਰ ਨੂੰ ਯਾਨੀ ਕਿ ਇਸ ਐਤਵਾਰ ਨੂੰ ਚੈਨਲ ਪੰਜਾਬੀ ਦੇ ਵੱਲੋਂ ਕਰਵਾਇਆ ਜਾ ਰਿਹਾ ਮੇਲਾ ਪੰਜਾਬਣਾ ਦਾ, ਤੇ ਇਸ ਮੇਲੇ ਦਾ ਹਿੱਸਾ ਤੁਸੀਂ ਸਾਰਿਆਂ ਨੇ ਬਣਨਾ। ਪਰਿਵਾਰ ਸਮੇਤ ਪਹੁੰਚਿਓ। ਇਸ ਮੇਲੇ ਦੇ ਵਿੱਚ ਬਹੁਤ ਸਾਰੀਆਂ ਤੁਹਾਡੇ ਲਈ ਚੀਜ਼ਾਂ ਹੋਣਗੀਆਂ, ਬਹੁਤ ਤਰ੍ਹਾਂ ਦੇ ਸੋਹਣੇ ਵਧੀਆ ਰੋਮਾਂਚਕ ਜਿਹੇ ਮੁਕਾਬਲੇ ਕਰਾਏ ਜਾਣਗੇ, ਗੋਲ ਗੱਪੇ ਖਾਣ ਦੇ ਮੁਕਾਬਲੇ ਵੀ ਹੋਣਗੇ ਤੇ ਹੋਰ ਕਈ ਤਰ੍ਹਾਂ ਦੇ ਮੁਕਾਬਲੇ ਹੈ ਜਿਨ੍ਹਾਂ ਨੂੰ ਥੋੜਾ ਜਿਹਾ ਸੀਕ੍ਰੇਟ ਰੱਖਿਆ ਜਾ ਰਿਹਾ, ਮੈਂ ਤੁਹਾਨੂੰ ਨਹੀਂ ਦੱਸ ਸਕਦੀ ਟੀਵੀ ਸਕਰੀਨ ਤੇ, ਪਰ ਪਲੀਜ਼ ਇਸ ਪ੍ਰੋਗਰਾਮ ਦਾ ਹਿੱਸਾ ਜ਼ਰੂਰ ਬਣਿਓ। ਖੂਬ ਗਿੱਧਾ ਪਏਗਾ, ਭੰਗੜਾ ਪਏਗਾ ਉੱਥੇ। ਅਰਸ਼ ਉਹਨਾਂ ਦੀ ਟੀਮ ਯਾਨੀ ਕਿ ਜਿਹੜੇ ਫੋਕ ਟਰਬਨੇਟਰ ਹੈ ਉਹਨਾਂ ਦੀ ਟੀਮ ਸਾਡੇ ਕੋਲ ਆ ਰਹੀ ਹੈ, ਉਹ ਬਹੁਤ ਸਾਰੇ ਗਾਣੇ ਗਾਣਗੇ, ਬੋਲੀਆਂ ਪਾਉਣਗੇ ਉੱਥੇ, ਤੇ ਮੀਤ ਹੋਰਾਂ ਦੀ ਤੇ ਦੇਸਰਾਜ ਹੋਰਾਂ ਦੀ ਟੀਮ ਹੈ ਜਿਹੜੀ ਉਹ ਵੀ ਉੱਥੇ ਪਹੁੰਚ ਰਹੀ ਹੈ। ਸੋ ਫ੍ਰੀ ਆਫ ਕਾਸਟ ਹੈ, ਕੋਈ ਇਸ ਮੇਲੇ ਦੀ ਕੋਈ ਟਿਕਟ ਨਹੀਂ ਹੈ। ਖਾਣ ਪੀਣ ਦਾ ਸਾਰਾ ਇੰਤਜ਼ਾਮ ਜਿਹੜਾ ਹੈ ਉਹ ਚੈਨਲ ਪੰਜਾਬੀ ਦੇ ਵੱਲੋਂ ਬਖੂਬੀ ਇੱਥੇ ਕੀਤਾ ਗਿਆ। ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ ਜਿਹੜਾ ਬੇਅਰ ਕ੍ਰੀਕ ਪਾਰਕ ਦੇ ਵਿੱਚ ਇਹ ਹੋਣ ਜਾ ਰਿਹਾ। ਬੇਅਰ ਕ੍ਰੀਕ ਪਾਰਕ ਦੀ 140 ਵਾਲੀ ਸਾਈਡ ਤੇ ਇਹ ਮੇਲਾ ਹੋਣ ਜਾ ਰਿਹਾ ਹੈ। ਸੋ ਜ਼ਰੂਰ ਪਹੁੰਚਿਓ ਔਰ ਲਾਈਵ ਕਵਰੇਜ 4 ਵਜੇ ਤੋਂ ਲੈ ਕੇ 7 ਵਜੇ ਤੱਕ ਇਸ ਮੇਲੇ ਦੀ ਚੈਨਲ ਪੰਜਾਬੀ ਦੇ ਉੱਤੇ ਕੀਤੀ ਜਾਏਗੀ। ਜ਼ਰੂਰ ਹਿੱਸਾ ਬਣਿਓ, ਇੰਤਜ਼ਾਰ ਕਰਾਂਗੇ ਤੁਹਾਡੇ ਸਾਰਿਆਂ ਦਾ। ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।